जब सरकार बनी कैप्टन सरकार वालों चोन मैनीफेस्टो जारी किया गया। हाँ जी कि वो सारे वादे पूरे हो चुके हैं पंजाब एक सीएम सिटी होने के नाते बिल्कुल ਤੁਹਾਨੂੰ ਕੀ ਲੱਗਦਾ ਪਟਿਆਲੇ ਦੀ ਨਸ਼ਾ ਖਤਮ ਹੈ? नशा किते किते दिखता होएगा। ਇਹ ਪਟਿਆਲੇ ਦੀ ਕੁਝ ਅਜਿਹੀਆਂ ਥਾਵਾਂ ਵੀ ਨੇ ਜਿੱਥੇ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ। ਲੱਕੜ ਮੰਡੀ ਕਹਿ ਸਕਦੇ ਹਾਂ, ਕੋਈ ਹੋਰ ਏਰੀਆ ਕਹਿ ਸਕਦੇ ਹਾਂ ਜਿੱਥੇ ਪੁਲਿਸ ਵੱਲੋਂ ਵਾਰ-ਵਾਰ ਰੇਡ ਵੀ ਕੀਤੇ ਜਾਂਦੀਆਂ। ਇੱਕ ਵੀ ਬੰਦਾ ਅਸੀਂ ਜਿਹੜਾ ਸਪੇਅਰ ਨਹੀਂ ਕਰਾਂਗੇ, ਸਾਰੇ ਬੰਦੇ ਅਰੈਸਟ ਕਰਾਂਗੇ, ਭਾਵੇਂ ਲੱਕੜ ਮੰਡੀ ਹੋਵੇ ਭਾਵੇਂ ਤੁਸੀਂ ਪ੍ਰੈਸ ਦਾ ਕੰਮ ਕਰਦੇ ਹੋ, ਬਸਟਿੰਗ ਕਰਕੇ ਦਿਓ। ਪੰਜਾਬ ਪੁਲਿਸ ਦਾ ਕੀ ਰੋਲ ਹੈ ਜੇ ਅਸੀਂ ਦੱਸਣਾ ਲੋਕਾਂ ਨੂੰ? ਪੰਜਾਬ ਪੁਲਿਸ ਨੂੰ ਲੱਗਦਾ ਪਤਾ ਨਹੀਂ ਪੰਜਾਬ ਪੁਲਿਸ ਨੂੰ, ਕਿਉਂਕਿ ਚੋਣਾਂ ਨੇੜੇ ਹੈ ਨਾ। ਬਿਲਕੁਲ ਸਰਕਾਰ ਨੂੰ ਬਦਨਾਮ ਕਰ ਰਹੇ ਆ ਕਿ ड्रग माफिया किस दे ऊपर तंज कर रहे हैं? ड्रग माफिया जी जो ड्रग बेचता कौन है? सरकार ने अपनी रिपोर्टां तैयार कर दी ने ते ड्रग रिपोर्ट खुलते ही काफ़ी कुछ सामने भी आ जाना है। सत श्री अकाल दोस्तों, अपना पंजाब NRI TV देख रहे सारे दर्शकों का मैं परमिंदर सिंह स्वागत करता हाँ। एक विशेष प्रोग्राम लैके तुहाडे सामने हाजिर होया। उस प्रोग्राम च मेरे साथी होंगे रणजीत निकड़ा जी, एंटी स्टेट चेयरमैन नारकोटिक सैल। निकड़ा जी साडे प्रोग्राम तुहाडा स्वागत है। सत श्री अकाल जी। निकड़ा जी साडा एक ते अहम ते इहो सवाल है कि पंजाब च नशा खत्म हो चुका है। देखो जे असी कह दिए पंजाब च बिल्कुल नशा खत्म हो गया तो यह कहना गलत होएगा। पिछले 10-15 साल तो रहिंदियां सरकारां ने जो कारगुजारी की ਉਹਦੇ ਨਤੀਜੇ ਹੀ ਪੰਜਾਬ ਦੇ ਵਿੱਚ ਨਸ਼ਾ ਫੈਲਾਉਂਦੇ ਸਨ। ਪੰਜਾਬ ਦੇ ਵਿੱਚ ਜੋ 6ਵਾਂ ਦਰਿਆ ਨਸ਼ੇ ਦਾ ਵਗਿਆ, ਉਸ ਨੂੰ ਠੱਲ ਪਾਉਣ ਲਈ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਇੱਕ ਸਹੁੰ ਚੱਕੀ ਸੀ ਕਿ ਜਦੋਂ ਸਾਡੀ ਸਰਕਾਰ ਬਣੇਗੀ ਅਸੀਂ ਪੰਜਾਬ 'ਚੋਂ ਨਸ਼ਾ ਖਤਮ ਕਰ ਦਿਆਂਗੇ। तो निकला जी थोड़ी गल कट रहे हैं, मतलब कैप्टन साहब ने गुटका साहब हाथ फड़ के 4 हफ्तिਆਂ 'ਚ नशा खत्म करने की गल कही सी। बिल्कुल कही सी जी। 4 ਹਫ਼ਤਿਆਂ ਦਾ ਮਤਲਬ ਇਹ ਸੀ ਕਿ ਜੋ ਇੰਨੀ ਤੇਜ਼ੀ ਨਾਲ ਡਰੱਗਸ ਪੰਜਾਬ ਦੇ ਵਿੱਚ ਆ ਰਹੀ ਹੈ ਉਹਨੂੰ ਠੱਲ ਪਾਈ ਜਾਏ। ਆਪਾਂ ਜਾਣਦੇ ਹਾਂ ਜਦੋਂ ਵੀ ਕੋਈ ਸਰਕਾਰ ਬਣਦੀ ਹੈ ਬਣਨ ਤੋਂ ਤੁਰੰਤ ਬਾਅਦ 1 ਮਹੀਨਾ ਦਾ ਸੈਟਅਪ ਹੋਣ 'ਤੇ ਲੱਗ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਸਰਕਾਰ ਬਣੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਸਖਤੀ ਨਾਲ ਨਿਰਦੇਸ਼ ਦਿੱਤੇ ਅਤੇ ਪੁਲਿਸ ਨੇ ਵੀ ਆਪਣੀ ਤਨਦੇਹੀ ਨਾਲ ਕੰਮ ਕਰਕੇ ਨਸ਼ੇ ਦੀ ਮੇਨ ਲਾਈਨ ਤੋੜੀ। STF ਦਾ ਗਠਨ ਕੀਤਾ ਗਿਆ ਜਿਸ ਦੇ ਬਹੁਤ ਹੀ ਇੱਕ ਕਾਬਲ ਆਫੀਸਰ ਪੰਜਾਬ ਦੇ IPS ਸਰਦਾਰ ਹਰਪ੍ਰੀਤ ਸਿੰਘ ਜੀ ਸਿੱਧੂ ਜੋ ਉਹਦੇ ਮੁਖੀ ਬਣਾਏ ਗਏ ਤਾਂ ਬਹੁਤ ਵੱਡੇ ਰਿਜ਼ਲਟ ਲੈ ਕੇ ਆਏ, ਜਿਸ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਵੱਡੇ ਵੱਡੇ ਸਮਗਲਰ ਸੀ ਜਾਂ ਤਾਂ ਫੜੇ ਗਏ ਜਾਂ ਭੱਜ ਗਏ। ਜਿਹੜੇ ਛੋਟੇ ਮੋਟੇ ਸਮਗਲਿੰਗ ਕਰ ਰਹੇ ਨੇ ਉਹਨਾਂ 'ਤੇ ਵੀ ਲਗਾਤਾਰ ਕਾਰਵਾਈ ਹੋ ਰਹੀ ਹੈ। ਤੁਸੀਂ ਦੇਖੋਗੇ 40-45 ਹਜ਼ਾਰ ਜਿਹੜਾ FIR ਹੋਈ। ਲੋਕ ਕਹਿ ਦਿੰਦੇ ਨੇ ਕਿ ਵੱਡੀ ਮਸਲੀ ਨਹੀਂ ਬੜੀ, ਜਦੋਂ ਅਸੀਂ ਛੋਟੀ ਮਸਲੀ ਨੂੰ ਬਾਹਰ ਨਿਕਲਣ ਨਹੀਂ ਦੇਣਾ ਤਾਂ ਡਰੱਗ ਵਿਕੇਗੀ ਕਿਵੇਂ? ਵੱਡੀ ਮਸਲੀ ਵੇਚਦੀ ਹੈ ਤੇ ਛੋਟੀ ਮਸਲੀ ਅੱਗੇ ਜਿਹੜੀ ਸਪਲਾਈ ਕਰਦੀ ਹੈ। ਅਸੀਂ ਥੱਲੇ ਤੋਂ ਲੈ ਕੇ ਉੱਤੇ ਤੱਕ ਸਾਰੇ ਡਰੱਗ ਮਾਫੀਆ ਨੂੰ ਨੱਥ ਪਾਉਣ ਦੇ ਵਿੱਚ ਕਾਫੀ ਅਸੀਂ ਕਾਮਯਾਬ ਹੋਏ ਹਾਂ ਤੇ ਅੱਗੇ ਨੂੰ ਰੈਗੂਲਰ ਹੋਰ ਵੀ ਸਖਤੀ ਕੀਤੀ ਗਈ ਹੈ। ਤੁਸੀਂ ਡਰੱਗ ਮਾਫੀਆ ਦੀ ਗੱਲ ਕਰਦੇ ਹੋ ਕਿ ਡਰੱਗ ਮਾਫੀਆ ਕਿਸ ਦੇ ਉੱਪਰ ਤੰਜ ਕੱਸ ਰਹੇ ਹੋ ਤੁਸੀਂ? ਡਰੱਗ ਮਾਫੀਆ ਜੀ ਜੋ ਡਰੱਗ ਵੇਚਦਾ ਕੌਣ ਹੈ ਜੀ? ਦੇਖੋ ਜੋ ਲਾਲਚੀ ਲੋਕ ਨੇ ਜੋ ਪੰਜਾਬ ਦੀ ਨੌਜਵਾਨੀ ਨਾਲ ਖਿਲਵਾੜ ਕਰ ਰਹੇ ਨੇ। ਦੇਖੋ ਅੱਜ ਸਮਾਂ ਲਾਲਚ ਦਾ ਹੈ, ਲਾਲਚਵਾਸੀ ਲੋਕ ਕਤਲ ਕਰਦੇ ਨੇ, ਲਾਲਚਵਾਸੀ ਲੋਕ ਡਰੱਗ ਵੇਚਦੇ ਨੇ ਕਿਉਂਕਿ ਉਹਦੇ ਨਾਲ ਕਮਾਈ ਲੋਕਾਂ ਨੂੰ ਬੜੀ ਆਸਾਨ ਅਤੇ ਵੱਡੀ ਲੱਗਦੀ ਹੈ। ਤੁਹਾਡੀ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਤੇ ਇਲਜ਼ਾਮ ਲਾਏ ਜਾਂਦੇ ਹਨ, ਉਹ ਕਿੱਥੋਂ ਤੱਕ ਸਾਬਤ? ਦੇਖੋ ਸਾਡੀ ਧਿਰ ਵੱਲੋਂ ਜਿਸ 'ਤੇ ਵੀ ਇਲਜ਼ਾਮ ਲਗਾਏ ਜਾਂਦੇ ਹਨ ਜਾਂ ਬਾਕੀ ਪਾਰਟੀਆਂ ਓਪੋਜੀਸ਼ਨ ਪਾਰਟੀਆਂ ਵੀ ਇਲਜ਼ਾਮ ਲਗਾਉਂਦੀਆਂ ਹਨ, ਸਾਡਾ ਤਾਂ ਮੁੱਖ ਮਕਸਦ ਹੈ ਕਿ ਅਸਲ ਜਿਹੜਾ ਵੀ ਡਰੱਗ ਮਾਫੀਆ ਦੀ ਸਪੋਰਟ ਕਰਦਾ ਜਾਂ ਡਰੱਗ ਵੇਚਦਾ ਜਾਂ ਡਰੱਗ ਮਾਫੀਆ ਦੇ ਨਾਲ ਮਿਲਿਆ ਹੋਇਆ ਉਹਨੂੰ ਫੜ ਕੇ ਜੇਲ੍ਹਾਂ 'ਚ ਬੰਦ ਕਰਨਾ। ਤੇ ਕੁਝ ਦਿਨਾਂ ਦੇ ਵਿੱਚ ਹੀ ਤੁਸੀਂ ਦੇਖੋਗੇ ਵੱਡੇ ਖੁਲਾਸੇ ਹੋ ਜਾਣੇ ਨੇ। ਸਰਕਾਰ ਨੇ ਆਪਣੀਆਂ ਰਿਪੋਰਟਾਂ ਤਿਆਰ ਕਰ ਦਿੱਤੀਆਂ ਨੇ ਤੇ ਡਰੱਗ ਰਿਪੋਰਟ ਖੁੱਲ੍ਹਦੇ ਹੀ ਕਾਫੀ ਕੁਝ ਸਾਹਮਣੇ ਵੀ ਆ ਜਾਣਾ ਹੈ। ਤੁਸੀਂ ਕਹਿ ਰਹੇ ਹੋ ਕੁਝ ਸਮੇਂ ਵਿੱਚ ਖੁਲਾਸੇ ਹੋ ਜਾਣਗੇ ਤੇ ਡਰੱਗ ਮਾਫੀਆ ਵੀ ਨੱਥ ਪਾਈ ਜਾਏਗੀ, ਮਤਲਬ ਕਿਹੜਾ ਉਹ ਡਰੱਗ ਮਾਫੀਆ ਹੈ ਜਿਹੜਾ ਇਸ ਵਕਤ ਜ਼ਿਆਦਾ ਹੋ ਚੱਲਿਆ ਹੈ?
ਦੇਖੋ ਇਹ ਤਾਂ ਲਾਲਚ ਕਿੰਨੇ ਹੀ ਡਰੱਗ ਜਿਹੜੇ ਮਾਫੀਆ ਦੇ ਗੈਂਗਸਟਰ ਸੀਗੇ, ਲੀਡਰ ਸੀ, ਉਹ ਫੜੇ ਗਏ ਨੇ। ਆ ਤੁਸੀਂ ਦੇਖਿਆ ਲੁਧਿਆਣੇ ਤੋਂ ਫੜੇ ਗਏ, ਅੰਮ੍ਰਿਤਸਰ ਤੋਂ ਫੜੇ ਗਏ, ਹੋਰ ਵੀ ਬਹੁਤ ਸਾਰੇ ਜਿਨ੍ਹਾਂ ਦੇ ਆਪਾਂ ਨਾਮ ਬਰੀਫ 'ਚ ਨਹੀਂ ਲੈ ਸਕਦੇ। ਤੇ ਪਰ ਡਰੱਗ ਮਾਫੀਆ ਨੂੰ ਕਾਫੀ ਵੱਡੀ ਨੱਥ ਪਈ ਹੈ। ਤੁਸੀਂ ਇੱਕ ਗੱਲ ਦੇਖੋ, ਨਾਮ ਕਿਉਂ ਨਹੀਂ ਲੈ ਸਕਦੇ ਸਰ? ਨਾਮ ਜਦੋਂ ਜਿਹੜੇ ਹੁਣ STF ਦੀ ਰਿਪੋਰਟ ਨੇ ਕੱਢੇ ਨੇ, ਉਹ ਤਾਂ ਹਜੇ ਬੰਦ ਰਿਪੋਰਟ ਹੈ। ਉਹ 27 ਤਰੀਕ ਨੂੰ ਉਹਦੀ ਸੁਣਵਾਈ ਹੈ ਤੇ ਚਾਂਸ ਹੈ ਵੀ 10-15 ਦਿਨ ਦੇ ਵਿੱਚ ਹੀ ਖੁਲਾਸੇ ਹੋਣ ਦੇ ਪੂਰੇ ਚਾਂਸ ਨੇ। ਜਦੋਂ ਹਾਈ ਕੋਰਟ ਤਾਂ ਹੀ ਖੋਲ੍ਹਣੀ ਹੈ ਕਿ ਉਹ ਬੜੀ ਕੌਨਫੀਡੈਂਸ਼ੀਅਲ ਰਿਪੋਰਟ ਹੈ, ਤਾਂ ਕਿ ਡਰੱਗ ਮਾਫੀਆ ਬਚਣ ਦੀ ਕੋਸ਼ਿਸ਼ ਨਾ ਕਰਨ। ਤੁਹਾਡੀ ਸਰਕਾਰ ਦੇ ਨਵਜੋਤ ਸਿੱਧੂ ਜੀ ਵੱਲੋਂ ਬਹੁਤ ਵੱਡੇ ਇਲਜ਼ਾਮ ਤੇ ਸਾਫ਼-ਸਾਫ਼ ਕਹਿ ਵੀ ਚੁੱਕੇ ਨੇ ਕਿ ਇਹ ਬੰਦਾ ਨਸ਼ੇ ਦਾ ਤਸਕਰ ਹੈ। ਦੇਖੋ ਅਸੀਂ ਕਿਸੇ ਦਾ ਵੀ ਨਾਮ ਲਈਏ, ਜਦੋਂ ਤੱਕ ਅਸੀਂ ਉਹੀ ਨਾਮ ਤਾਂ ਜਾਣਨਾ ਚਾਹੁੰਦੇ ਹਾਂ। ਜਦੋਂ ਤੱਕ STF ਦੀ ਰਿਪੋਰਟ ਜਿਹੜੀ ਹੈ ਉਹਦੇ 'ਚ ਜੋ ਨਿਕਲੇਗਾ, ਜੋ IPS ਆਫਿਸਰਾਂ ਨੇ ਸਿੱਟ ਨੇ ਰਿਪੋਰਟ ਤਿਆਰ ਕੀਤੀ ਹੈ, ਉਹਦੇ 'ਚ ਬਾਈ ਨੇਮ ਹਨ, ਉਹ ਕੌਨਫੀਡੈਂਸ਼ੀਅਲ ਹੈ। ਉਹ ਬੰਦ ਹਾਈ ਕੋਰਟ ਦੇ ਬੈਂਚ ਦੇ ਅੱਗੇ ਹੀ ਖੁੱਲ੍ਹਣੀ ਹੈ ਤੇ ਤਕਰੀਬਨ 27 ਤਰੀਕ ਦੀ ਆਈ ਥਿੰਕ ਡੇਟ ਹੈ ਤੇ ਉਹਦੇ 'ਚ ਖੁੱਲ੍ਹ ਕੇ ਖੁਲਾਸਾ ਹੋ ਜਾਏਗਾ। ਤੁਹਾਡੇ ਕਹਿਣ ਮੁਤਾਬਕ ਜਿਹੜੇ ਨਿਚਲੇ ਲੈਵਲ ਦੇ ਡਰੱਗ ਸਮਗਲਰ ਸੀ ਉਹ ਫੜੇ ਗਏ ਕਾਫੀ ਸਾਰੇ। ਤੁਹਾਡੇ ਕਹਿਣ ਦੇ ਮੁਤਾਬਕ ਹੀ ਜਾਂਚ ਚੱਲ ਰਹੀ ਹੈ ਤੇ ਫੜੇ ਜਾਣਗੇ? ਨਹੀਂ, ਜਾਂਚ ਕੰਪਲੀਟ ਹੋ ਚੁੱਕੀ ਹੈ, ਪਰ ਇੱਕ ਕ੍ਰਾਈਟੇਰੀਆ ਹੁੰਦਾ ਹੈ, ਕਾਨੂੰਨ ਦਾ ਇੱਕ ਸਿਸਟਮ ਹੁੰਦਾ ਹੈ ਕਿ ਕੁਛ ਜੇ ਕੋਈ ਵੱਡਾ ਨਾਮ ਵੀ ਹੈ ਤਾਂ ਉਹਦੇ ਲਈ ਜੋ ਕਾਰਵਾਈ ਕੀਤੀ ਜਾਂਦੀ ਹੈ ਰਿਪੋਰਟ ਕਨਫਰਮੇਸ਼ਨ ਰੱਖ ਕੇ ਹਾਈ ਕੋਰਟ ਦੀ ਜੁਡੀਸ਼ਰੀ ਦੇ ਸਾਹਮਣੇ ਖੁੱਲ੍ਹਣੀ ਹੈ, ਤਾਂ ਕਿ ਉਹਦੇ ਕੋਈ ਕਿੰਤੂ ਪਰੰਤੂ ਜਾਂ ਕੋਈ ਬਚਣ ਦੀ ਕੋਸ਼ਿਸ਼ ਨਾ ਕਰੇ। ਤੁਹਾਡੇ ਮੁਤਾਬਕ ਜੇ ਨਵਜੋਤ ਸਿੱਧੂ ਜੀ ਜਿਸ ਦੇ ਉੱਪਰ ਇਲਜ਼ਾਮ ਲਾ ਰਹੇ ਨੇ ਉਹ ਗਲਤ ਨੇ? ਦੇਖੋ ਅਸੀਂ ਤਾਂ ਇਹ ਗੱਲ ਕਹਾਂਗੇ ਕਿ ਤੁਸੀਂ ਦੇਖਿਆ ਹੀ ਹੈ ਕਿ ਕੇਜਰੀਵਾਲ ਜੀ ਜਿਨ੍ਹਾਂ ਤੇ ਇਲਜ਼ਾਮ ਲਾਉਂਦਾ ਸੀ ਉਹਨਾਂ ਤੋਂ ਮਾਫੀ ਮੰਗ ਕੇ ਆ ਗਏ। ਉਹ ਕੱਚੀਆਂ ਗੱਲਾਂ ਕਰਦੇ ਸੀ ਨਾ। ਸਾਡੀ ਜਿਹੜੀ ਰਿਪੋਰਟ ਆਣੀ ਹੈ, ਜੋ ਰਿਪੋਰਟ ਦੇ ਵਿੱਚ ਲਿਖਤਾ ਸਾਡੇ IPS ਅਫਸਰਾਂ ਨੇ, ਜ਼ਿੰਮੇਵਾਰ ਅਫਸਰਾਂ ਨੇ, ਉਹ ਡੈਡ ਸ਼ੋਰ ਹੋਣਾ ਔਰ ਪਬਲਿਕ ਦਾ ਖੁਲਾਸਾ ਹੋਣਾ ਉਹਦੇ 'ਚ। ਨਹੀਂ, ਇਸ ਦਾ ਮਤਲਬ ਫਿਰ ਨਵਜੋਤ ਸਿੱਧੂ ਜੀ ਆਪਣੇ ਵੱਲੋਂ ਹੀ ਕਹੀ ਜਾਂਦੇ ਆ ਕਿ ਵਿਰੋਧੀ ਧਿਰ ਨੂੰ ਨਿਸ਼ਾਨਾ ਸਾਧੇ ਜਾਂਦੇ ਹਨ? ਨਹੀਂ, ਚਲੋ ਉਹ ਪ੍ਰਧਾਨ ਸਾਹਿਬ ਦਾ ਆਪਣਾ ਨਜ਼ਰੀਆ ਹੋ ਸਕਦਾ ਹੈ ਨਾ ਜੀ। ਜਦੋਂ ਤੱਕ ਰਿਪੋਰਟ ਹਾਈ ਕੋਰਟ ਦੀ ਕਲੀਅਰ ਨਹੀਂ ਕਰਦੀ, ਜੋ STF ਦੇ ਚੀਫ ਨੇ ਰਿਪੋਰਟ ਬਣਾਈ ਹੈ, ਚਟੋਪਾਧਿਆ ਸਾਹਿਬ ਨੇ, ਹਰਪ੍ਰੀਤ ਸਿੱਧੂ ਜੀ ਨੇ, ਉਹ ਰਿਪੋਰਟ ਹੁਣ ਖੁੱਲ੍ਹਣ 'ਚ ਤਾਂ 1 ਹਫ਼ਤਾ ਹੀ ਰਹਿ ਗਿਆ। ਉਹ ਖੁੱਲ੍ਹਣਾ ਤਾਂ ਕਲੀਅਰ ਹੋ ਜਾਣਾ ਨਾਮ। ਨਿਕੜਾ ਜੀ, ਕਿ ਆਪਾਂ ਗੱਲ ਕਹਿੰਦੇ ਆ ਕਿ ਪੰਜਾਬ 'ਚ ਨਸ਼ਾ ਹੈ ਤੇ ਕਿੱਥੋਂ ਤੱਕ ਜਾਂਦਾ ਹੈ, ਸਿੰਮਤ ਆਉਂਦਾ ਕਿੱਥੋਂ ਹੈ ਤੇ ਲਿਆਂਦਾ ਕੌਣ ਹੈ? ਸਾਡੀ ਇਹ ਜਿਹੜੀ ਪੰਜਾਬ ਹੈ ਇੱਕ ਬਾਰਡਰ ਸਟੇਟ ਹੈ। ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ ਡਰੱਗਸ ਆਉਂਦੀ ਹੈ, ਕਿਉਂਕਿ ਬਾਰਡਰ ਬਹੁਤ ਵੱਡਾ ਆਪਣਾ। ਤੇ ਜੇ ਆਪਾਂ ਕਹਦੇ ਬਾਰਡਰ ਸਾਡਾ ਸੀਲ ਹੈ, ਉਹ ਵੀ ਨਹੀਂ ਹੈ। ਪਿੱਛੇ ਕਾਫੀ BSF ਨੇ ਵੀ ਡਰੱਗਸ ਫੜੀ ਹੈ, ਹੀਰੋਇਨ ਫੜੀ ਹੈ। ਸਮਗਲਿੰਗ ਤੇ ਅੱਤਵਾਦ ਜਿਹੜਾ ਸਮਗਲ ਹੁੰਦਾ ਜਾਂ ਟਰਾਂਸਫਰ ਹੁੰਦਾ ਪੰਜਾਬ ਦੇ ਜ਼ਰੀਏ ਹੁੰਦਾ। ਪੰਜਾਬ ਦਾ ਬਾਰਡਰ ਬਹੁਤ ਵੱਡਾ ਹੈ, ਫੈਲਿਆ ਹੋਇਆ ਬਾਰਡਰ ਹੈ, ਪਰ ਜਿਹੜੇ ਲੋਕ ਤਸਕਰੀ ਕਰਦੇ ਆ ਉਹਨਾਂ ਨੂੰ ਕਾਫੀ ਹੱਦ ਤੱਕ ਨੱਥ ਪਾਈ ਜਾਂਦੀ ਹੈ। ਰੋਜ਼ ਤੁਸੀਂ ਪੜ੍ਹ ਲਓ ਨਿਊਜ਼ਪੇਪਰ, ਕਦੇ BSF ਨੇ ਫੜ ਲਈ, ਕਦੇ ਪੰਜਾਬ ਪੁਲਿਸ ਨੇ ਫੜ ਲਈ, ਕਦੇ ਗੁਰਦਾਸਪੁਰ, ਕਦੇ ਫਰੀਦਕੋਟ, ਫਿਰੋਜ਼ਪੁਰ ਬਾਰਡਰਾਂ ਦੇ ਉੱਤੇ ਰੋਜ਼ ਪਾਕਿਸਤਾਨ ਤੋਂ ਜਿਹੜੀ ਲਿਆਂਦੀ ਹੋਈ ਡਰੱਗਸ ਹੈ ਜਾਂ ਹਥਿਆਰ ਹੈ ਫੜੇ ਜਾ ਰਹੇ। ਗੱਲ ਇਹ ਹੈ ਕਿ ਡਰੱਗਸ ਉਨੀ ਦੇਰ ਤੱਕ ਪੰਜਾਬ 'ਚੋਂ ਖਤਮ ਨਹੀਂ ਹੋ ਸਕਦੀ, ਜਾਂ ਸਾਰੇ ਹਿੰਦੁਸਤਾਨ 'ਚ ਹੀ ਲਾ ਲਓ। ਜੇ ਆਪਾਂ ਡਰੱਗ ਇਹ ਇਕੱਲੀ ਪੰਜਾਬ ਦੇ ਵਿੱਚ ਹੈ, ਇਕੱਲੀ ਪੰਜਾਬ 'ਚ ਨਹੀਂ ਹੈ, ਸਾਰੀ ਦੁਨੀਆ 'ਚ ਡਰੱਗ, ਹਿਮਾਚਲ 'ਚ ਬਹੁਤ ਡਰੱਗ ਵਿਕ ਰਹੀ ਹੈ, ਹਰਿਆਣੇ 'ਚ, ਹਿਮਾਚਲ 'ਚ, ਦਿੱਲੀ, ਸਾਰੇ ਪਾਸੇ ਹੀ। ਕਾਰਨ ਇਹ ਹੈ ਜੀ, ਜਦੋਂ ਤੱਕ ਆਮ ਜਨਤਾ ਲੋਕ ਆਪ ਅਵੇਅਰ ਨਹੀਂ ਹੋਣਗੇ ਉਦੋਂ ਤੱਕ ਕਿਤੇ ਵੀ ਡਰੱਗ ਖਤਮ ਨਹੀਂ ਹੋ ਸਕਦਾ। ਕਾਰਨ ਕੀ ਹੈ? ਥਲਵੇਂ ਲੈਵਲ ਤੋਂ ਕੰਮ ਸ਼ੁਰੂ ਹੁੰਦਾ। ਜਦੋਂ ਕੋਈ ਡਰੱਗ ਆ ਗਈ ਕਿਸੇ ਏਰੀਏ 'ਚ ਵੀ ਆ ਗਈ, ਚੋਰੀ ਚਕਾਰੀ ਆ ਜਾਂਦੀ ਹੈ। ਕੋਈ ਬੱਸ 'ਚ ਲਿਆਇਆ, ਕੋਈ ਕਾਰ 'ਚ ਲਿਆਇਆ, ਕੋਈ ਟੈਕਸੀ 'ਚ ਲਿਆਇਆ, ਕੋਈ ਗੱਡੇ 'ਤੇ ਹੀ ਲਿਆਇਆ। ਡਰੱਗਸ ਜਦੋਂ ਕਿਸੇ ਕਲੋਨੀ ਦੇ ਵਿੱਚ ਵਿਕਦੀ ਹੈ, ਜਿਹੜਾ ਪਾਰਸਲ ਲੈ ਕੇ ਆਉਂਦਾ, ਜਿਹੜੀ ਗਲੀ ਦੇ ਵਿੱਚ ਕਿਸੇ ਬੱਚੇ ਨੂੰ ਦਿੰਦਾ, ਬੱਚਾ ਡਰੱਗਸ ਲੈਣ ਲੱਗ ਗਿਆ, ਉਹਨੂੰ ਜਿਹਦੇ ਬੱਚੇ ਨੂੰ ਡਰੱਗਸ ਮਿਲ ਰਹੀ ਹੈ ਉਹਦੇ ਪੇਰੈਂਟਸ ਨੂੰ ਪਤਾ ਹੁੰਦਾ ਵੀ ਡਰੱਗਸ ਲੈਣ ਲੱਗ ਗਿਆ। ਉਸ ਮੁਹੱਲੇ ਦੇ ਵਿੱਚ ਸਾਰੇ 'ਚ ਪਤਾ ਲੱਗ ਜਾਂਦਾ ਕਿ ਬੱਚਾ ਡਰੱਗ ਲੈਂਦਾ ਹੈ। ਹਰ ਮੁਹੱਲੇ ਦੇ ਵਿੱਚ ਗੁਰਦੁਆਰਾ ਕਮੇਟੀ, ਮੰਦਿਰ ਕਮੇਟੀ, ਮੁਹੱਲਾ ਕਮੇਟੀ, ਵੈਲਫੇਅਰ ਸੁਸਾਇਟੀਆਂ, ਸਾਰੀਆਂ ਪੋਲੀਟੀਕਲ ਪਾਰਟੀਆਂ ਦੀਆਂ ਵੈਲਫੇਅਰ ਸੁਸਾਇਟੀਜ਼ ਬਣੀਆਂ ਹੋਈਆਂ, ਧਾਰਮਿਕ ਵੀ ਔਰ ਦੂਜੀਆਂ ਵੀ, ਪੋਲੀਟੀਕਲ ਵੀ। ਸਾਰੇ ਆਪਣੀ ਪ੍ਰਧਾਨਗੀਆਂ ਪਿੱਛੇ ਲੜਦੇ ਨੇ। ਕਦੇ ਵੀ ਕਿਸੇ
ਕਲੋਨੀ ਦੇ ਬਸ਼ਿੰਦਿਆਂ ਨੇ ਕੋਈ ਟੀਮ ਬਣਾ ਕੇ ਕਿਹਾ ਵੀ ਸਾਡੀ ਗਲੀ 'ਚ ਇੱਕ ਬੰਦਾ ਡਰੱਗ ਲੈਂਦਾ, ਇਹਨੂੰ ਆਪਾਂ ਠੀਕ ਕਰਵਾਉਣਾ ਹੈ। ਸਰਕਾਰ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਨੇ, ਫ੍ਰੀ ਆਫ ਕੋਸਟ ਜਿਹੜਾ ਅਸੀਂ ਡਰੱਗਸ ਦਾ ਇਲਾਜ ਕਰਵਾਉਂਦੇ ਹਾਂ। ਉੱਥੇ ਖਾਣਾ ਪੀਣਾ ਰਹਿਣਾ ਸਭ ਫ੍ਰੀ ਹੈ, ਦਵਾਈ ਵੀ ਫ੍ਰੀ ਹੈ। ਕੋਈ ਆਪਣੀ ਜ਼ਿੰਮੇਵਾਰੀ ਨਹੀਂ ਲੈ ਰਿਹਾ, ਸਿਰਫ ਇਲਜ਼ਾਮ ਲਾ ਰਹੇ ਲੋਕ ਪੰਜਾਬ 'ਚ ਡਰੱਗ ਹੈ, ਪੰਜਾਬ 'ਚ ਡਰੱਗ ਹੈ। ਸਰਕਾਰ ਦਾ ਕੰਮ ਹੈ ਪ੍ਰਸ਼ਾਸਨਿਕ ਪੁਲਿਸ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਜਦੋਂ ਤੱਕ ਕਿਸੇ ਨੂੰ ਕੋਈ ਨਹੀਂ ਦੱਸੇਗਾ, ਪੁਲਿਸ ਚੱਪੇ ਚੱਪੇ ਤਾਂ ਨਹੀਂ ਲੱਗੇਗੀ, ਹਰ ਗਲੀ 'ਚ ਨਹੀਂ ਲੱਗ ਸਕਦੀ। ਦੂਸਰੀ ਚੀਜ਼, ਜਦੋਂ ਕਿਸੇ ਦਾ ਬੱਚਾ ਡਰੱਗਸ ਲੈਂਦਾ ਹੈ, ਉਹ ਸਰਕਾਰ ਨੂੰ ਗਾਲ ਕੱਢਦਾ ਹੈ ਵੀ ਕਾਂਗਰਸ ਦੀ ਸਰਕਾਰ ਇਹ ਡਰੱਗ ਬਹੁਤ ਹੈ। ਜੇ ਕਿਸੇ ਦਾ ਬੱਚਾ ਬਿਮਾਰ ਹੋ ਜਾਂਦਾ, ਉਹਨੂੰ ਬੁਖਾਰ ਹੁੰਦਾ, ਜਦ ਸਕੂਲ ਕਾਲਜ ਤੋਂ ਆਇਆ ਉਹਨੂੰ ਬੁਖਾਰ ਹੈ, ਤਾਂ ਮਾਂ ਕਹਿੰਦੀ ਹੈ ਵੀ ਮੇਰੇ ਬੇਟੇ ਨੂੰ ਕੁਛ ਨਾ ਕੁਛ, ਇਹਨੇ ਕੋਈ ਕੰਮ ਨਹੀਂ ਕਰਨਾ, ਇਹਨੂੰ ਤਾਪ ਚੜਿਆ, ਸੋ ਜਾ ਪੁੱਤ। ਹੁਣ ਦਵਾਈ ਲੈ ਕੇ ਦਿੰਦੇ, ਟੈਸਟ ਕਰਵਾਉਂਦੇ ਪਹਿਲੇ ਦਿਨ ਹੀ। ਜਦੋਂ ਕਿਸੇ ਦਾ ਬੱਚਾ ਸਮੈਕ ਪਹਿਲੇ ਦਿਨ ਪੀ ਕੇ ਆਉਂਦਾ ਜਾਂ ਚਿੱਟਾ ਪੀ ਕੇ ਆਉਂਦਾ, ਉਦੋਂ ਨਹੀਂ ਪਤਾ ਲੱਗਦਾ, ਦੂਜੇ ਦਿਨ ਨਹੀਂ ਪਤਾ ਲੱਗਿਆ, ਤੀਜੇ ਦਿਨ ਜਿਹੜਾ ਡਰੱਗਸ ਲੈਂਦਾ, ਇੱਕ ਹਫ਼ਤੇ ਤੱਕ ਵੀ ਜੇ ਬੱਚੇ ਨੂੰ ਫੜ ਲਿਆ ਜਾਏ, ਉਹਨੂੰ ਰੋਕ ਲਿਆ ਜਾਏ, ਉਹਨੂੰ ਟੈਸਟ ਕਰਾਏ ਜਾਣ, ਉਹ ਡਾਕਟਰ ਕੋਲ ਲੈ ਜਾਣ, ਫਿਰ ਉਹਨੂੰ ਪੁੱਛਿਆ ਜਾਏ ਵੀ ਤੂੰ ਕਿਸ ਤੋਂ ਡਰੱਗ ਲੈ ਰਿਹਾ ਬੇਟਾ, ਹੈ ਨਾ, ਤਾਂ ਉਹ ਪਹਿਲੇ ਸੱਟੇ ਪਹਿਲੀ ਕੜੀ ਉੱਥੇ ਬੰਦ ਹੋ ਜਾਂਦੀ ਨਹੀਂ। ਪਰ ਮਾਂ-ਬਾਪ ਕੋਲ ਤਾਂ ਟਾਈਮ ਹੀ ਨਹੀਂ ਹੈ, ਮਾਂ-ਬਾਪ ਬਾਹਰ ਘੁੰਮ ਰਹੇ ਨੇ, ਬੱਚੇ ਨੂੰ ਪੈਸੇ ਦੇ ਰਹੇ ਨੇ ਖੁੱਲੇ ਵੀ ਸਾਡੀ ਜਾਨ ਛੋੜੇ, ਬੱਚਾ ਜਾਏ ਬਾਹਰ ਜੋ ਮਰਜ਼ੀ ਕਰੇ। ਪਰ ਸਵਾਲ ਨਿਕਲਾ ਜੀ ਇਹ ਵੀ ਉੱਠਦਾ ਹੈ ਕਿ ਇਹ ਡਰੱਗ ਆਂਦੇ ਕਿੱਥੋਂ ਹੈ, ਗਲੀਆਂ ਦੇ ਵਿੱਚ ਸਪਲਾਈ ਕੌਣ ਕਰਦਾ ਹੈ, ਇਹਨਾਂ ਨੂੰ ਹੱਲਾਸ਼ੇਰੀ ਕੌਣ ਦੇ ਰਿਹਾ ਹੈ? ਤੁਹਾਡੀ ਸਰਕਾਰ ਦੇ ਰਹੀ ਹੈ ਜਾਂ ਕੌਣ ਦੇ ਰਿਹਾ, ਨੁਮਾਇੰਦੇ ਦੇ ਰਹੇ ਹੈ? ਦੇਖੋ ਕੋਈ ਵੀ ਸਰਕਾਰ ਕਦੇ ਵੀ ਆਪਣੇ ਸੂਬੇ ਦੇ ਵਿੱਚ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਜਿਨ੍ਹਾਂ ਨੇ ਇੱਕ ਵਾਅਦਾ ਕੀਤਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਾਹ ਲੈਣਾ, ਡਰੱਗ ਮਾਫੀਆ ਨੂੰ ਬਿਲਕੁਲ ਖਤਮ ਕਰ ਦੇਣਾ, ਪਰ ਹਜੇ ਤੱਕ ਨਸ਼ਾ ਮੁਕਤ ਹੋਇਆ ਨਹੀਂ ਨਾ ਪੰਜਾਬ। ਦੇਖੋ ਨਸ਼ਾ ਕਾਫੀ ਘਟ ਗਿਆ, ਕਿਤੇ ਛੋਟੇ ਪੈਂਡਲਰ ਵੇਚਦੇ ਆ, ਉਹਨਾਂ ਨੂੰ ਫੜਿਆ ਵੀ ਜਾਂਦਾ ਹੈ, ਇਹ ਨਹੀਂ ਵੀ ਫੜੇ ਜਾ, ਇੰਨੀ FIR ਤਾਂ ਹੀ ਹੋਈ ਹੈ ਨਾ ਜੀ। ਤੁਹਾਡੀ ਸਰਕਾਰ ਦੇ ਪਿਛਲੇ ਕੀ ਉਪਰਾਲੇ ਰਹੇ ਨਸ਼ਾ ਰੋਕਣ ਦੇ? ਸਾਡੀ ਸਰਕਾਰ ਨੇ ਸਭ ਤੋਂ ਪਹਿਲਾਂ STF ਬਣਾਈ, ਦੂਸਰੀ ਉਸ ਤੋਂ ਬਾਅਦ ਜਿੰਨੇ ਸਮਗਲਰ ਸੀ ਉਹ ਸਾਰੇ ਫੜੇ ਗਏ, ਜਿਹੜੇ ਬਹੁਤ ਵੱਡੇ ਲੈਵਲ ਦੇ ਸਮਗਲਰ ਸੀ ਉਹਨਾਂ ਦੀ ਵੀ ਰਿਪੋਰਟਾਂ ਤਿਆਰ ਹੋ ਗਈਆਂ, ਉਹ ਸਾਰੇ ਪ੍ਰੂਫ ਤਿਆਰ ਹੋ ਗਏ। STF ਨੇ ਰਿਪੋਰਟ ਬਣਾਤੀ, ਹਾਈ ਕੋਰਟ ਭੇਜਤੀ, ਅੱਜ ਜਿੱਦਣ ਖੁੱਲ੍ਹਣੀ ਹੈ ਹਫ਼ਤੇ 10 ਦਿਨ 'ਚ ਉਦੋਂ ਨੇ, ਭਾਵੇਂ ਕੋਈ ਉਹਦੇ 'ਚ ਪੁਲਿਸ ਅਫਸਰ ਹੋਏ, ਭਾਵੇਂ ਉਹਦੇ 'ਚ ਕੋਈ ਰਾਜਨੇਤਾ ਹੋਏ, ਭਾਵੇਂ ਕੋਈ ਆਮ ਵਿਅਕਤੀ ਰਸੂਖ ਵਾਲਾ ਹੋਏ, ਨੋ ਬੋਡੀ ਕੈਨ ਸਪੇਅਰ। ਕੈਪਟਨ ਸਾਹਿਬ ਦਾ ਇੱਕੋ ਵਾਅਦਾ ਹੈ ਕਿ ਕੋਈ ਵੀ ਇਨਸਾਨ, ਵਿਅਕਤੀ, ਲੀਡਰ ਕਿਸੇ ਵੀ ਪਾਰਟੀ ਦਾ, ਭਾਵੇਂ ਸਾਡੀ ਕਾਂਗਰਸ ਪਾਰਟੀ ਦਾ ਹੀ ਹੋਵੇ, ਨੋ ਬੋਡੀ ਕੈਨ ਸਪੇਅਰ, ਜਿਹੜਾ ਵੀ ਪੰਜਾਬ ਦੀ ਨੌਜਵਾਨੀ ਨੂੰ ਨਾਲ ਖਿਲਵਾੜ ਕਰੇਗਾ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ। ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰਨ ਲਈ ਕੈਪਟਨ ਸਾਹਿਬ ਨੇ ਸਹੁੰ ਖਾਧੀ ਹੈ, ਔਰ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਂਗੇ। ਅਸੀਂ ਕੈਪਟਨ ਸਾਹਿਬ ਨੇ ਜਦੋਂ ਸਰਕਾਰ ਸੰਭਾਲੀ ਦਾ, ਉਸ ਤੋਂ ਪਹਿਲਾਂ ਹੀ ਉਹਨਾਂ ਨੇ ਐਂਟੀ ਨਾਰਕੋਟਿਕ ਸੈੱਲ ਦਾ ਗਠਨ ਕੀਤਾ। ਇਹ ਇੱਕ ਇਤਿਹਾਸ ਹੈ ਕਿ ਹਿੰਦੁਸਤਾਨ ਦੀ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਅੱਜ ਤੱਕ ਅਜਿਹਾ ਸੈੱਲ ਨਹੀਂ ਬਣਾਇਆ ਜਿਹੜਾ ਕਿ ਡਰੱਗ ਅਵੇਅਰਨੈਸ ਦੇ ਲਈ ਹੋਏ। ਪਹਿਲੀ ਹਿੰਦੁਸਤਾਨ ਦੀ ਕਾਂਗਰਸ ਪਾਰਟੀ ਹੈ ਜਿਹਦੀ ਜਿਹੜੇ ਸੂਤਰਧਾਰ ਕੈਪਟਨ ਅਮਰਿੰਦਰ ਸਿੰਘ ਹਨ, ਉਹਨਾਂ ਨੇ ਐਂਟੀ ਨਾਰਕੋਟਿਕ ਸੈੱਲ ਬਣਾਇਆ ਕਿ ਤੁਸੀਂ ਜਾਓ ਪੰਜਾਬ 'ਚ ਟੀਮ ਬਣਾਓ ਔਰ ਪੰਜਾਬ ਦੇ ਹਰ ਜ਼ਿਲ੍ਹੇ, ਹਰ ਬਲੋਕ ਲੈਵਲ ਤੇ ਜਿਹੜੀ ਅਵੇਅਰਨੈਸ ਜਾਗਰੂਕਤਾ ਮੁਹਿੰਮ ਚਲਾਓ। ਸਾਡੇ ਐਂਟੀ ਨਾਰਕੋਟਿਕ ਸੈੱਲ ਨੇ ਟੀਮ ਬਣਾਉਣ ਤੋਂ ਬਾਅਦ ਪਹਿਲਾ ਕੰਮ ਇਹੀ ਕੀਤਾ ਕਿ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਸੈਮੀਨਾਰ ਆਯੋਜਿਤ ਕੀਤੇ। ਉਸ ਤੋਂ ਬਾਅਦ ਅਸੀਂ ਇੱਕ ਡਰੱਗ ਮਾਫੀਆ ਦੇ ਲਈ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਕਿ ਜਿਹੜਾ ਵੀ ਕਿਸੇ ਗਲੀ ਮੁਹੱਲੇ ਦੇ ਵਿੱਚ ਕੋਈ ਬੱਚਾ ਜਾਂ ਕੋਈ ਇਨਸਾਨ ਡਰੱਗ ਵੇਚ ਰਿਹਾ ਹੈ ਜਾਂ ਕੋਈ ਨਸ਼ਾ ਕਰ ਰਿਹਾ ਹੈ, ਉਹਦਾ ਸਾਡੀ ਇੱਕ ਹੈਲਪਲਾਈਨ ਹੈ 8557852120, ਉਹਦੇ ਤੇ ਸੂਚਨਾ ਦਿਓ। ਉਹ ਸੂਚਨਾ ਇਕੱਠੀ ਕਰਕੇ ਅਸੀਂ STF ਚੀਫ ਨੂੰ ਰੈਗੂਲਰ ਦਿੰਦੇ ਹਾਂ। ਤਕਰੀਬਨ 350-400 ਜਿਹੜੇ ਛੋਟੇ ਮੋਟੇ ਤਸਕਰ ਸਨ, ਭਾਵੇਂ ਉਹਦੇ 'ਚ ਕੋਈ ਮੁਲਾਜ਼ਮ ਵੀ ਹੈ, ਕਈ ਮੁਲਾਜ਼ਮਾਂ ਦੇ ਵੀ ਨਾਮ ਆ ਉਹਦੇ 'ਚ, ਬਿਲਕੁਲ ਇੱਕਾ ਦੁੱਕਾ ਜਿਹੜੇ ਮੁਲਾਜ਼ਮ ਵੀ ਦਾਗੀ ਹੁੰਦੇ ਆ, ਉਹ ਵੀ ਕਾਲੀਆਂ ਭੇਡਾਂ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਦੇ ਵੀ ਅਸੀਂ ਲਿਸਟ ਸੀ। ਔਰ ਮੈਂ ਤੁਹਾਨੂੰ ਮਾਣਨਾ ਕਹਿ ਸਕਦਾ 75% ਅਸੀਂ ਉਹ ਬੰਦੇ ਅਰੈਸਟ ਕਰਵਾਏ ਨੇ ਜਿਹੜੇ ਬੰਦੇ ਡਰੱਗ ਵੇਚ ਰਹੇ ਸੀ। ਇੱਕ ਅਸੀਂ ਨਾਲ ਸ਼ੁਰੂ ਕੀਤਾ ਕਿ ਜਿਹੜਾ ਵੀ ਕੋਈ ਬੱਚਾ ਡਰੱਗ ਲੈ ਰਿਹਾ ਉਹ ਸਾਨੂੰ ਸੂਚਨਾ ਦੇ, ਅਸੀਂ ਉਹਦਾ ਬੱਚਾ ਆਪ ਨਾਲ ਜਾ ਕੇ ਆਪਣੀ ਗੱਡੀਆਂ 'ਚ ਬਿਠਾ ਕੇ ਲੈ ਕੇ ਜਾਂਦੇ ਹਾਂ। ਅਸੀਂ ਨਾਲ ਜਾ ਕੇ ਸਰਕਾਰੀ ਹਸਪਤਾਲ ਜਿੱਥੇ ਡੀ ਐਡਿਕਸ਼ਨ ਸੈਂਟਰ ਬਣੇ ਨੇ ਸਰਕਾਰ ਦੇ, ਫ੍ਰੀ ਆਫ ਕੋਸਟ ਇਲਾਜ ਹੁੰਦਾ, ਉਹਨਾਂ ਨੂੰ ਅਸੀਂ ਦਾਖਲ ਕਰਾਉਂਦੇ ਹਾਂ। ਅਤੇ ਤਕਰੀਬਨ 15 ਤੋਂ 18 ਹਜ਼ਾਰ ਅਸੀਂ ਜਿਹੜੇ ਨੌਜਵਾਨ ਨੇ ਪੰਜਾਬ ਦੇ ਵਿੱਚ, ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦਾਖਲ ਕਰਾਇਆ, ਆਲ ਓਵਰ ਪੰਜਾਬ ਹਰ ਜ਼ਿਲ੍ਹੇ ਦੇ 'ਚ।
ਕਾਫੀ ਹੱਦ ਤੱਕ ਲੋਕ ਠੀਕ ਵੀ ਹੋਏ ਨੇ। ਹਾਂ, ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਜਿਹੜਾ ਡੀ ਐਡਿਕਸ਼ਨ ਸੈਂਟਰ 'ਚੋਂ ਠੀਕ ਹੋ ਕੇ ਜਦੋਂ ਵਾਪਸ ਆਉਂਦਾ ਹੈ ਤਾਂ ਉਹ ਤੋਂ ਬਾਅਦ ਉਹਦੇ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ। ਕੁਝ ਪਰਿਵਾਰ ਐਸੇ ਨੇ ਉਹ ਜ਼ਿੰਮੇਵਾਰੀ ਨਹੀਂ ਸਮਝਦੇ, ਉਹਨੂੰ ਕਹਿੰਦੇ ਨੇ ਵੀ ਇਹ ਤਾਂ ਨਸ਼ੇੜੀ ਆ ਗਿਆ ਤੇ ਉਹਨੂੰ ਮਤਲਬ ਕਿ ਉਹਨੂੰ ਸਗੋਂ ਨਸ਼ੇ 'ਚ ਧੱਕਦੇ ਨੇ। ਉਹਦੀ ਸਪੋਰਟ ਕਰਨ, ਉਹਦੇ ਭਾਈ ਭੈਣ ਉਹਦੀ ਸਪੋਰਟ ਕਰਨ ਕਿ ਬਾਹਰ ਨਾ ਜਾਏ, ਇਕੱਲਾ ਨਾ ਜਾਏ, ਕੁਝ ਦੇਰ ਉਹਨੂੰ ਧਿਆਨ ਰੱਖਣਾ ਪੈਂਦਾ, ਫਿਰ ਬੱਚਾ ਆਪੇ ਠੀਕ ਹੋ ਜਾਂਦਾ। ਕਾਫੀ ਮਿਸਾਲਾਂ ਨੇ ਸਾਡੇ ਕੋਲ, ਬਹੁਤ ਬੱਚੇ ਠੀਕ ਹੋਏ ਨੇ। ਪਰ ਨਿਕਲੇ ਤੁਹਾਡੀ ਗੱਲ ਸਹੀ ਹੈ ਕਿ ਦੇਖੋ ਪਿੱਛੇ ਜੇ ਨਸ਼ਾ ਬਾਜ਼ਾਰਾਂ 'ਚ ਖੁੱਲੇ ਆਮ ਤੇ ਕਈਆਂ ਛੋਟੀਆਂ ਜਗ੍ਹਾ ਨਸ਼ਾ ਬਿਨਾ ਮਿਲੇ ਤਾਂ ਨੌਜਵਾਨ ਆਟੋਮੈਟਿਕ ਸਹੀ ਹੋ ਜਾਣਗੇ, ਉਹਨਾਂ ਨੂੰ ਐਡਿਕਸ਼ਨ ਲੋੜ ਹੀ ਨਹੀਂ ਪੈਣੀ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਇੱਕ ਗੱਲ ਕਹਿੰਦੇ ਹਾਂ ਅਸੀਂ ਕਿ ਦੇਖੋ ਇਹ ਜ਼ਿੰਮੇਵਾਰੀ ਜਿਹੜੇ ਦਾਗੀ ਬੰਦੇ ਹੁੰਦੇ ਆ ਸਮਗਲਰ, ਉਹ ਸਾਰੇ ਫੜੇ ਗਏ ਤਕਰੀਬਨ। ਪਰ ਹਜੇ ਕਿਤੇ 90% ਕਿਤੇ ਹੈਗੇ, 90% ਫੜੇ ਗਏ। 5-10% ਜਿਹੜੇ ਫਿਰ ਰਹੇ ਨੇ ਉਹ ਕੁਝ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਇਲਾਕੇ 'ਚ ਕੋਈ ਬੰਦਾ ਡਰੱਗ ਵੇਚ ਰਿਹਾ, ਉਹਨੇ FIR ਕਰਾਈ ਹੈ ਕਿਸੇ ਥਾਣੇ ਜਾ ਕੇ। ਅੱਜ ਸਾਰੀ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ, ਕਿਉਂਕਿ ਚੋਣਾਂ ਨੇੜੇ ਹੈ ਨਾ, ਬਿਲਕੁਲ ਜੀ, ਸਰਕਾਰ ਨੂੰ ਬਦਨਾਮ ਕਰ ਰਹੇ ਆ ਕਿ ਸਰਕਾਰ ਨੇ ਨਸ਼ਾ ਨਹੀਂ ਖਤਮ ਕੀਤਾ, ਇਹ ਨਹੀਂ ਹੋਇਆ, ਇਹ ਜੀ ਡਰੱਗ ਵਿਕ ਰਹੀ ਹੈ। ਕਿਸੇ ਵੀ BJP ਦੇ ਲੀਡਰ ਨੇ, ਅਕਾਲੀ ਦਲ ਦੇ ਨੇ ਜਾਂ ਆਮ ਆਦਮੀ ਪਾਰਟੀ ਨੇ ਕਿਸੇ ਥਾਣੇ 'ਚ FIR ਕਰਾਈ ਹੈ ਵੀ ਮੇਰੀ ਗਲੀ ਦੇ ਵਿੱਚ ਫਲਾਣੇ ਬੰਦੇ ਨਸ਼ਾ ਵੇਚਦੇ ਨੇ। ਜੇ ਉਹਨੇ FIR ਕਰਾਈ ਹੈ, ਕੰਪਲੇਂਟ ਦਿੱਤੀ ਹੈ ਤੇ SHO ਨੇ ਬੰਦਾ ਨਹੀਂ ਫੜਿਆ ਤਾਂ ਉਹਦਾ ਸਾਨੂੰ ਨਾਮ ਦੱਸੋ, ਅਸੀਂ ਤੁਰੰਤ ਕਾਰਵਾਈ ਕਰਾਂਗੇ। ਹੁਣ ਤੱਕ ਮੈਂ ਕਾਫੀ ਸਾਰੇ ਮੁਲਾਜ਼ਮ ਵੀ ਜਿਹੜੇ ਡਿਸਮਿਸ ਕੀਤੇ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ। ਅਸੀਂ ਤਾਂ ਉਦੋਂ ਨਹੀਂ ਚੁੱਪ ਕੀਤੇ ਜਦੋਂ SP ਸ਼ਲਵਿੰਦਰ ਸਿੰਘ ਜਿਹੜਾ ਉਹ ਕਹਿੰਦਾ ਸੀ ਕਿ ਮੈਂ ਡਰੱਗ ਐਕਸਚੇਂਜ ਹੁੰਦੀ ਸੀ ਦੇ ਜਿਹੜੇ ਡਾਇਮੰਡ ਦੇ ਨਾਲ ਬਾਰਡਰ ਤੋਂ ਵੀ ਅੱਤਵਾਦ ਨਾਲ ਮੇਰਾ ਕੋਈ ਲੈਣ ਦੇਣ ਨਹੀਂ, ਪਰ ਮੈਂ ਡਰੱਗ ਐਕਸਚੇਂਜ ਕਰਨਾ ਸੀ। ਅਸੀਂ ਤਾਂ ਉਹਦੇ ਲਈ ਵੀ ਓਪਨਲੀ ਜੰਤਰ ਮੰਤਰ ਦੇ ਧਰਨਾ ਲਾਉਣ ਦੀ ਗੱਲ ਕਹੀ। ਸਭ ਤੋਂ ਪਹਿਲਾਂ ਅਸੀਂ ਹੋਈ ਇੱਥੇ ਪਟਿਆਲਾ ਵਿਖੇ ਵੱਡਾ ਰੋਡ ਸ਼ੋਅ ਕਰਕੇ ਉੱਥੇ ਐਲਾਨ ਕੀਤਾ ਗਿਆ ਓਪਨਲੀ ਕਿ ਅਗਰ SP ਸ਼ਲਵਿੰਦਰ ਸਿੰਘ ਡਿਸਮਿਸ ਨਹੀਂ ਕੀਤਾ ਗਿਆ ਤਾਂ ਅਸੀਂ ਜੰਤਰ ਮੰਤਰ ਦੇ ਧਰਨਾ ਵੀ ਦਾਂਗੇ ਸਰਕਾਰ ਦੇ ਖਿਲਾਫ, ਬਿਲਕੁਲ, ਤਾਂ ਕਿ ਪੰਜਾਬ ਨੂੰ ਡਰੱਗ ਮਾਫੀਆ ਤੋਂ ਬਚਾਇਆ ਜਾਏ। ਤੁਸੀਂ ਗੱਲ ਪਟਿਆਲਾ ਸ਼ਹਿਰ ਦੀ ਕੀਤੀ ਹੈ, ਇੱਕ CM ਸਿਟੀ ਹੋਣ ਦੇ ਨਾਤੇ ਬਿਲਕੁਲ ਜੀ। ਤੁਹਾਨੂੰ ਕੀ ਲੱਗਦਾ ਪਟਿਆਲਾ 'ਚ ਨਸ਼ਾ ਖਤਮ ਹੈ? ਦੇਖੋ ਨਸ਼ਾ ਕਿਤੇ ਵਿਕਦਾ ਹੋਏਗਾ, ਮੈਂ ਨਹੀਂ ਕਹਿ ਸਕਦਾ, ਕਿਤੇ ਨਾ ਕਿਤੇ ਮਾੜਾ ਮੋਟਾ ਕੋਈ ਦੇਖੋ ਇਸ ਤਰ੍ਹਾਂ ਕਿ ਵੱਡਾ ਤਾਂ ਕੋਈ ਉਰੇ ਤਸਕਰ ਨਹੀਂ ਹੈ, ਪਰ ਜਿਹੜੇ ਛੋਟੇ ਮੋਟੇ ਹੈ, ਕੋਈ ਭੁੱਕੀ ਖਾ ਰਿਹਾ ਜਾਂ ਕੋਈ ਫੀਮ ਖਾ ਰਿਹਾ ਜਾਂ ਕੋਈ ਕਿਤੋਂ ਮੈਡੀਕਲ ਵਾਲਾ ਕੋਈ ਚੋਰੀ ਟੀਕਾ ਲੈ ਕੇ ਲਾ ਰਿਹਾ, ਕੋਈ ਨਾ ਕੋਈ ਹੋਏਗਾ। ਜੇ ਅਸੀਂ ਕਹੀਏ ਟੋਟਲ ਖਤਮ ਹੋ ਗਿਆ, ਪਟਿਆਲੇ 'ਚ ਸਮੈਕ ਚਿੱਟੇ ਦੇ ਵੀ ਕੇਸ ਕਾਫੀ ਆਏ ਨੇ। ਜੇ ਆਪਾਂ ਭੁੱਕੀ ਨਸ਼ਾ ਦੀ ਫੀਮ ਦੀ ਗੱਲ ਕਰਦੇ ਹਾਂ, ਚਿੱਟੇ ਦੇ ਵੀ ਮੈਂ ਤੁਹਾਨੂੰ ਕਿਹਾ ਕਿ ਜੇ ਮੈਂ ਕਹਾਂ ਵੀ ਬਿਲਕੁਲ ਸਵੈਪ ਹੋ ਗਿਆ ਨਸ਼ਾ, ਇਹ ਨਹੀਂ ਹੈ, ਪਰ ਸਾਡੀ ਸਰਕਾਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਆਉਣ ਵਾਲੇ ਕੁਝ ਦਿਨਾਂ 'ਚ ਦੇਖੋਗੇ ਤੁਸੀਂ ਬਹੁਤ ਵੱਡੀ ਚੇਂਜ ਹੋਣੀ ਹੈ। ਜਿਹੜੇ ਮਾੜੇ ਮੋਟੇ ਸਮਗਲਰ ਰਹਿ ਗਏ ਇੱਥੇ ਉਹ ਵੀ ਖਤਮ ਕਰ ਦੇਣੇ ਸੀ। ਬਿਲਕੁਲ, ਪਰ ਲੋਕਾਂ ਦਾ ਸਾਥ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ, ਦੁਬਾਰਾ ਵੀ ਕਹਿ ਰਿਹਾ ਕਿ ਪੰਜਾਬ ਦੀ ਸਾਰੀ ਜਨਤਾ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਅੱਜ ਕਰੋਨਾ ਲਈ ਸਾਰੇ ਇਕੱਠੇ ਹੋਏ, ਘਰਾਂ 'ਚ ਬੰਦ ਹੋਏ। ਬਿਲਕੁਲ, ਪ੍ਰੀਕਾਸ਼ਨ ਲਈ ਮੂੰਹ ਤੇ ਮਾਸਕ ਲਾਉਣਾ ਜ਼ਰੂਰੀ ਹੈ ਕਹਿੰਦੇ, ਸਾਰਿਆਂ ਨੇ ਲਾਇਆ, ਲੋਕਡਾਊਨ ਵੀ ਲੱਗੇ, ਲੋਕਾਂ ਨੇ ਸਮਰਥਨ ਕੀਤਾ ਕਿਉਂਕਿ ਪੰਜਾਬ ਦੇ ਲੋਕਾਂ ਦੀ ਸਿਹਤ ਦੀ ਰਾਖੀ ਕਰਨੀ ਸੀ। ਤੇ ਕੀ ਲੋਕ ਅੱਜ ਮਾਸਕ ਲਾਏ ਬਿਨਾਂ ਆਪਣੇ ਬੱਚੇ ਨੂੰ ਨਹੀਂ ਜਾਣ ਦਿੰਦੇ ਸੀ ਕਿ ਲੋਕ ਆਪਣੇ ਬੱਚੇ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਤੇ ਘਰ ਵਾਪਸ ਆਉਣ ਲੱਗਿਆ ਚੈੱਕ ਨਹੀਂ ਕਰ ਸਕਦੇ? ਇਹ ਮਾਂ-ਬਾਪ ਦੀ ਜ਼ਿੰਮੇਵਾਰੀ ਬਣਦੀ ਹੈ। ਜਦੋਂ ਬੱਚਾ ਘਰ ਤੋਂ ਕਾਲਜ ਜਾਂ ਸਕੂਲ ਗਿਆ, ਜਦ ਉਹ ਵਾਪਸ ਆਉਂਦਾ ਤਾਂ ਉਹਦਾ ਫੇਸ ਰੀਡਿੰਗ ਮਾਂ ਨੂੰ ਪਤਾ ਹੁੰਦਾ। ਮਾਂ ਤਾਂ ਘਰ ਹੁੰਦੀ ਹੈ ਬੱਚੇ ਦੀ ਕਿ ਮੇਰਾ ਬੱਚਾ ਕਿਸ ਰੂਪ 'ਚ ਆਇਆ, ਆ ਕੇ ਕਿਤੇ ਬਾਥਰੂਮ 'ਚ ਤਾਂ ਨਹੀਂ ਵੜ ਗਿਆ, ਅੱਧਾ ਘੰਟਾ ਨਿਕਲਿਆ ਹੀ ਨਹੀਂ, ਆ ਕੇ ਸਾਡੇ ਗੱਲ ਤਾਂ ਨਹੀਂ ਪੈਣ ਲੱਗ ਗਿਆ, ਜਾਂ ਆ ਕੇ ਰਜਾਈ ਲੈ ਕੇ ਕੰਬਲ ਲੈ ਕੇ ਸੋ ਤਾਂ ਨਹੀਂ ਗਿਆ। ਇਹ ਜਿਹੜੀਆਂ ਸਿੰਪਟਮ ਹੈ, ਇਹ ਡਰੱਗ ਦੀ ਸ਼ੁਰੂਆਤ ਦੇ ਸਿੰਪਟਮ ਹੈ। ਨਿਕਲੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਪਰਿਵਾਰ ਨੂੰ ਵੀ ਆਪਣੇ ਬੱਚਿਆਂ ਦਾ ਬਹੁਤ ਜ਼ਰੂਰੀ ਹੈ ਜੀ, ਤੇ ਉਹਨਾਂ ਦੇ ਵੀ ਭਵਿੱਖ ਉਹਨਾਂ ਦੇ ਉੱਪਰ ਨਿਰਭਰ ਕਰਦੇ। ਬਿਲਕੁਲ। ਪਰ ਇੱਕ ਗੱਲ ਹੋਰ ਹੈ ਨਿਕਲਾ ਜੀ, ਇਹ ਨਸ਼ਿਆਂ ਦਾ ਜਿਹੜੇ ਛੋਟੇ ਲੈਵਲ ਤੇ ਕੰਮ ਕਰ ਰਹੇ ਤੁਸੀਂ ਕਹਿੰਦੇ ਹੋ, ਪਰ ਉਹ ਬੇਰੁਜ਼ਗਾਰੀ ਵੀ ਇੱਕ ਵੱਡਾ ਕਾਰਨ ਹੋ ਸਕਦਾ ਹੈ। ਦੇਖੋ ਬੇਰੁਜ਼ਗਾਰੀ ਤਾਂ ਦੇਖੋ ਇਹ ਕੋਈ ਅੱਜ ਦੀ ਨਹੀਂ ਹੈ, ਬੇਰੁਜ਼ਗਾਰੀ ਬਹੁਤ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਨੇ ਜੋ ਹਾਲਾਤ ਪੰਜਾਬ 'ਚ ਪੈਦਾ ਕੀਤੇ, ਰੁਜ਼ਗਾਰ ਤਾਂ ਹੈ ਹੀ ਨਹੀਂ ਸੀ। ਹੁਣ ਤਾਂ ਫਿਰ ਵੀ ਕਾਫੀ ਲੱਖ ਜਿਹੜੀਆਂ ਰੁਜ਼ਗਾਰ ਦਿੱਤਾ, ਤੁਹਾਨੂੰ ਪਤਾ ਰੋਜ਼ ਹੋਇਆ, ਭਾਵੇਂ ਉਹ ਸਰਕਾਰੀ ਸੀ ਭਾਵੇਂ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਸੀ। ਜੋ ਸਰਕਾਰ ਤੋਂ ਹੋਇਆ ਸਰਕਾਰ ਨੇ ਵੱਧ ਤੋਂ ਵੱਧ ਕੀਤਾ, ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਮੇਰੇ ਖਿਆਲ 2 ਲੱਖ ਦੀ ਭਰਤੀ ਹੋਰ ਹੋ ਜਾਣੀ ਆ ਫਰਵਰੀ ਤੋਂ ਪਹਿਲੇ। CM ਸਾਹਿਬ ਨੇ ਐਲਾਨ ਕਰ ਦਿੱਤਾ, ਤਕਰੀਬਨ ਪੁਲਿਸ ਦੀਆਂ ਪੋਸਟਾਂ ਨਿਕਲੀਆਂ, ਹੋਰ ਕਈ ਡਿਪਾਰਟਮੈਂਟ ਦੀਆਂ ਪੋਸਟਾਂ ਨਿਕਲੀਆਂ, ਪਟਵਾਰੀ ਦੀਆਂ ਭਰਤੀ ਹੋ ਰਹੀ ਹੈ, ਉਹ ਪ੍ਰੋਸੈਸ ਚੱਲ ਰਿਹਾ ਸਾਰਾ, ਤੇ 2 ਲੱਖ ਹੋਰ ਬੱਚਾ ਜਿਹੜਾ ਪੰਜਾਬ ਦਾ ਭਰਤੀ ਹੋ ਜਾਏਗਾ। ਕਿਉਂਕਿ ਪਿਛਲੇ ਦੇਖੋ ਜਦੋਂ ਕੋਈ ਪਹਿਲੀ ਗੌਰਮੈਂਟ ਜਾਂ ਪਹਿਲਾ ਮਾਲਕ
ਆਪਣੇ ਘਰ ਨੂੰ ਉਜਾੜ ਕੇ ਚਲਾ ਜੇ ਉਹਨੂੰ ਵਸਾਉਣ 'ਚ ਵੀ ਥੋੜਾ ਜਿਹਾ ਟਾਈਮ ਲੱਗਦਾ। ਬਿਲਕੁਲ ਪਹਿਲਾਂ ਉਹਨੂੰ ਸੈਟਲ ਕੀਤਾ ਗਿਆ, ਹੁਣ ਅਸੀਂ ਇਹਨੂੰ ਲੀਹ ਦੇ ਲਿਆਏ ਹਾਂ ਤੇ ਹੁਣ ਸਾਰਾ ਕੁਝ ਹੋਣਾ ਸ਼ੁਰੂ ਹੋ ਗਿਆ। ਬਿਲਕੁਲ। ਤੇ ਨਿਕਲਾ ਜੀ ਦੇਖੋ, ਪੰਜਾਬ ਦੀ ਗੱਲ, ਇਹ ਗੱਲ ਤੁਸੀਂ ਮੰਨ ਰਹੇ ਹੋ ਕਿ ਨਸ਼ਾ ਹੈ ਪੰਜਾਬ 'ਚ? ਦੇਖੋ ਨਸ਼ਾ ਬਹੁਤਾ ਨਹੀਂ ਤਾਂ ਘੱਟ ਹੈ, ਪਰ ਹੈ ਥੋੜਾ ਬਹੁਤਾ ਤਾਂ ਨਸ਼ਾ ਹੈ ਜੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਇਹ ਪੰਜਾਬ 'ਚ ਇਕੱਲੇ ਨਹੀਂ ਹੈ, ਸਾਰੀਆਂ ਸਟੇਟਾਂ 'ਚ, ਸਾਰੇ ਹਿੰਦੁਸਤਾਨ ਨਸ਼ਾ ਹੈ। ਪਰ ਇਹ ਹੈ ਕਿ ਜਿਸ ਤਰ੍ਹਾਂ ਸਰਕਾਰ ਪੂਰੀ ਤਨਦੇਹੀ ਨਾਲ ਸੀਰੀਅਸ ਹੋ ਕੇ ਕੰਮ ਕਰ ਰਹੀ ਹੈ, ਪੁਲਿਸ ਸੀਰੀਅਸ ਹੋ ਕੇ ਕੰਮ ਕਰ ਰਹੀ ਹੈ, ਇਸ ਤਰ੍ਹਾਂ ਸਾਨੂੰ ਲੋਕਾਂ ਨੂੰ ਵੀ, ਆਮ ਲੋਕਾਂ ਨੂੰ ਵੀ ਸੀਰੀਅਸ ਹੋ ਕੇ ਸਾਥ ਦੇਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਬਚਾਉਣ ਲਈ, ਬਜਾਏ ਕਿ ਬਾਹਰਲੀਆਂ ਪ੍ਰਾਪਰਟੀਆਂ ਬਣਾਉਣ ਤੇ, ਦੁਨਿਆਵੀ ਪ੍ਰਾਪਰਟੀਆਂ ਬਣਾਉਣ ਤੇ। ਆਪਣੇ ਬੱਚਿਆਂ ਦੀ ਜਿਹੜੀ ਸਭ ਤੋਂ ਕੀਮਤੀ ਪ੍ਰਾਪਰਟੀ ਹੈ ਅੱਜ ਮਾਂ-ਬਾਪ ਦੇ ਬੱਚੇ ਨੇ, ਜਿਹਦੇ ਬੱਚੇ ਵਧੀਆ ਤੰਦਰੁਸਤ, ਉਹ ਪਰਿਵਾਰ ਅਮੀਰ। ਸੋ ਧਿਆਨ ਰੱਖਣਾ ਚਾਹੀਦਾ, ਤਾਂ ਹੀ ਪੰਜਾਬ 'ਚ ਨਸ਼ਾ ਖਤਮ ਹੋਵੇਗਾ। ਤੁਸੀਂ ਪੰਜਾਬ ਪੁਲਿਸ ਦੀ ਗੱਲ ਕੀਤੀ ਹੈ ਕਿ ਪੰਜਾਬ ਪੁਲਿਸ ਦੇ ਪਿੱਛੇ ਦੌਰਾਨ ਹਰਦਿਆਲ ਸਿੰਘ ਮਾਨ ਜੀ ਵੱਲੋਂ ਸ਼ਾਇਦ ਨਸ਼ਿਆਂ ਦੀ ਪਾਈਪਲਾਈਨ ਤੋੜੀ ਗਈ ਸੀ। ਬਿਲਕੁਲ ਤੋੜੀ ਸੀ, ਠੀਕ ਹੈ ਜੀ। ਉਹਨਾਂ ਨੂੰ ਕੁਝ ਸਮੇਂ ਤੇ ਬਾਅਦ ਬਦਲ ਦਿੱਤਾ ਗਿਆ ਸੀ। ਇਹ ਪੋਲੀਟੀਕਲ ਪ੍ਰੈਸ਼ਰ ਸੀਗਾ ਕਿ ਜਾਂ ਨਸ਼ਿਆਂ ਦਾ ਪ੍ਰੈਸ਼ਰ? ਨਹੀਂ ਜੀ, ਨਹੀਂ। ਗੱਲ ਇਹ ਹੈ ਕਿ ਜਦੋਂ ਹਰਦਿਆਲ ਸਿੰਘ ਮਾਨ ਪੰਜਾਬ 'ਚ ਪਟਿਆਲਾ ਜ਼ਿਲ੍ਹੇ 'ਚ ਸੀ, ਆਪਣੇ ਇੱਥੇ ਪਟਿਆਲੇ ਸੀ। ਬਿਲਕੁਲ ਪਟਿਆਲਾ ਕਾਫੀ ਉਹਨਾਂ ਨੇ ਰਿਫਾਰਮ ਕਰਤੇ, ਬਿਲਕੁਲ ਬਹੁਤ ਵੱਡਾ ਸੁਧਾਰ ਹੋ ਗਿਆ। ਉਸ ਤੋਂ ਬਾਅਦ ਉਹਨਾਂ ਦੀ ਡਿਊਟੀ ਦੂਜੇ ਜ਼ਿਲ੍ਹੇ 'ਚ ਲਾਤੀ ਵੀ ਫਿਰੋਜ਼ਪੁਰ ਸੀ, ਸ਼ਾਇਦ ਫਰੀਦਕੋਟ ਬਾਰਡਰ ਏਰੀਆ ਸੀ, ਉੱਥੋਂ ਡਰੱਗਸ ਆਉਂਦੀ ਸੀ, ਤਾਂ ਉਹਨਾਂ ਨੇ ਉੱਥੇ ਵੀ ਜਾ ਕੇ ਬਹੁਤ ਵੱਡਾ ਕੰਮ ਕੀਤਾ। ਇਹਦੇ ਦੇਖੋ ਜਿਹੜੇ ਪੁਲਿਸ ਆਫੀਸਰ ਹੋਨੈਸਟੀ ਨਾਲ ਕੰਮ ਕਰ ਰਹੇ ਨੇ, ਜਿਸ ਤਰ੍ਹਾਂ ਉਹ ਨੇ ਹਰਪ੍ਰੀਤ ਸਿੱਧੂ ਨੇ, ਤਾਂ ਉਹ ਬਹੁਤ ਵੱਡਾ, ਗੋਇਲ ਸਾਹਿਬ ਨੇ ਬਰਨਾਲੇ ਵਾਲੇ, ਉਹਨਾਂ ਨੇ ਮੈਕਸਿਮਮ ਡਰੱਗਸ ਖਤਮ ਕੀਤੀ ਹੈ, ਮੈਕਸਿਮਮ ਡਰੱਗ ਮਾਫੀਆ ਫੜਿਆ। ਅਸੀਂ ਛੋਟੀ ਜਿਹੀ ਵੀ ਲੀਡ ਭੇਜਦੇ ਸੀ, ਨਾਲ ਦੀ ਨਾਲ ਬੰਦੇ ਅਰੈਸਟ, ਜੋ ਸਾਡੀ ਹੈਲਪਲਾਈਨ ਮਿਲਦੀ ਸੀ। ਐਂਟੀ ਨਾਰਕੋਟਿਕ ਸੈੱਲ ਲਗਾਤਾਰ ਅਵੇਅਰਨੈਸ ਫੈਲਾ ਰਿਹਾ ਪੰਜਾਬ ਦੇ ਵਿੱਚ। ਪੰਜਾਬ ਕਾਂਗਰਸ ਦਾ ਸੈੱਲ ਹੈ, ਪਹਿਲੀ ਪਾਰਟੀ ਹੈ ਕਾਂਗਰਸ ਪਾਰਟੀ ਜਿਹਨੇ ਇੱਕ ਨਸ਼ਿਆਂ ਦੇ ਵਿਰੁੱਧ ਸੈੱਲ ਬਣਾਇਆ। ਨਹੀਂ ਤਾਂ ਸਾਰੀਆਂ ਪਾਰਟੀਆਂ 'ਚ ਕੋਈ ਯੂਥ ਕਾਂਗਰਸ ਹੈ, ਕੋਈ ਜਦ ਯੂਥ ਅਕਾਲੀ ਦਲ ਹੈ ਜਾਂ ਬੀਜੇਪੀ ਹੈ, ਤੇ ਉਹ ਸਾਰੀਆਂ ਪਾਰਟੀਆਂ ਅਲੱਗ-ਅਲੱਗ ਸੈੱਲ ਨੇ, ਸਪੋਰਟਸ ਸੈੱਲ ਹੈ, ਐਸਸੀ ਸੈੱਲ ਹੈ, ਬੀਸੀ ਸੈੱਲ ਹੈ, ਸਾਰੇ ਸੈੱਲ ਨੇ। ਪਰ ਕਾਂਗਰਸ ਪਾਰਟੀ ਪਹਿਲੀ ਪਾਰਟੀ, ਪੋਲੀਟੀਕਲ ਪਾਰਟੀ ਹੈ ਜਿਹਦਾ ਅਗਵਾਈ ਕੈਪਟਨ ਅਮਰਿੰਦਰ ਸਿੰਘ ਨੇ ਕਰਦੇ ਹੋਏ ਪੰਜਾਬ 'ਚ ਐਂਟੀ ਨਾਰਕੋਟਿਕ ਸੈੱਲ ਦਾ ਗਠਨ ਕੀਤਾ, ਤਾਂ ਕਿ ਪੰਜਾਬ ਦੇ ਵਿੱਚ ਇੱਕ ਅਵੇਅਰਨੈਸ ਟੀਮ ਪਰਮਾਨੈਂਟ ਚੱਲਦੀ। ਬਡੀ ਪ੍ਰੋਗਰਾਮ ਚਲਾਇਆ, ਦੇਖੋ ਬਡੀ ਪ੍ਰੋਗਰਾਮ ਦੇ ਵਿੱਚ ਬਹੁਤ ਵੱਡੇ ਸੁਧਾਰ ਹੈ। ਸਕੂਲਾਂ 'ਚ, ਕਾਲਜਾਂ ਦੇ ਵਿੱਚ ਬਡੀ ਪ੍ਰੋਗਰਾਮ ਦੇ ਨਾਲ ਬੱਚਿਆਂ ਨੂੰ ਇੱਕ ਦੂਜੇ ਨੂੰ ਸਮਝਾਉਣਾ ਬਿਲਕੁਲ ਸਹੀ ਗੱਲ ਹੈ। ਨਸ਼ਿਆਂ ਦੇ ਕੀ ਨੁਕਸਾਨ ਨੇ। ਬਿਲਕੁਲ ਸਰ, ਤੁਸੀਂ ਕਹਿ ਰਹੇ ਹੋ ਕੈਪਟਨ ਸਾਹਿਬ ਆਪ ਨਿਗਰਾਨੀ ਹੇਠ ਕਰ ਰਹੇ ਹਨ, ਪਰ ਤੁਸੀਂ ਕੁਝ ਵੀਡੀਓਜ਼ ਦੇਖੋਗੇ, ਮਾਵਾਂ ਆਪਣੇ ਪੁੱਤਾਂ ਨੂੰ ਰੋ ਰਹੀਆਂ ਨੇ ਜਿਹੜੇ ਨਸ਼ਾ ਕਰਕੇ ਉਹਨਾਂ ਦੇ ਘਰ ਉਜੜ ਗਏ ਨੇ, ਉਹ ਅਜੇ ਤੱਕ ਉਹਨਾਂ ਨੂੰ ਬੇਦਾਗ ਦੀ ਤਾਨੇ ਮਾਰ ਰਹੇ ਨੇ। ਦੇਖੋ ਗੱਲ ਇਹ ਹੈ ਜੀ, ਜਿਹਦਾ ਬੱਚਾ ਮਰੇਗਾ, ਜਿਹਦਾ ਬੱਚਾ ਬਰਬਾਦ ਹੋਏਗਾ, ਜਿਹਦਾ ਬੱਚਾ ਨੁਕਸਾਨ 'ਚ ਚਲਾ ਜਾਏਗਾ ਜਾਂ ਡਰੱਗਿਸਟ ਐਡਿਕਟ ਬਣ ਜਾਏਗਾ, ਉਹਦੇ ਮਾਂ-ਬਾਪ ਨੇ ਤਾਂ ਰੋਣਾ ਹੀ ਆ, ਉਹ ਸੱਚੇ ਨੇ। ਪਰ ਉਹਦੇ 'ਚ ਇਕੱਲੀ ਸਰਕਾਰ ਦਾ ਕਸੂਰ ਨਹੀਂ ਹੈ। ਹੁਣ ਗੱਲ ਹੈ ਕਿ ਜੇ 90 ਫੜੇ ਗਏ, 10 ਰਹਿ ਗਏ, 10 ਦੇ ਵਿੱਚੋਂ ਕੋਈ ਬੱਚਾ ਡਰੱਗ ਲੈਂਦਾ ਡੈਥ ਹੋ ਗਈ, ਤਾਂ ਉਹ ਭਾਵੇਂ ਸਾਡੀ ਸਰਕਾਰ 'ਤੇ ਇਲਜ਼ਾਮ ਲੱਗਦਾ ਹੈ, ਪਰ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ, ਮਾਂ-ਬਾਪ ਦਾ ਵੀ। ਜਦੋਂ ਤੁਹਾਨੂੰ ਮੈਂ ਇੱਕ ਸਿੰਪਲ ਜੀ ਗੱਲ ਦੱਸਦੀ, ਸਾਡਾ ਬੱਚਾ ਅੱਜ ਬਿਮਾਰ ਹੁੰਦਾ ਹੈ, ਉਹਨੂੰ ਬੁਖਾਰ ਚੜ੍ਹਦਾ ਸੀ, ਭੱਜ ਕੇ ਜਾਂਦੇ ਡਾਕਟਰ ਦੇ, ਪਰ ਉਹਦਾ ਪਤਾ ਲੱਗਦਾ ਵੀ ਜਿਹਨੂੰ ਬੁਖਾਰ ਚੜ੍ਹਦਾ ਉਹ ਹੱਥ ਲਾ ਕੇ ਪਤਾ ਲੱਗਦਾ ਵੀ ਤਾਪ ਹੈ। ਜਿਹਦੇ ਬੱਚੇ ਦੀਆਂ ਅੱਖਾਂ ਚੜੀਆਂ ਨੇ, ਝੂਮਦਾ ਹੋਇਆ, ਪਹਿਲੇ ਦਿਨ ਆ ਗਿਆ, ਪਹਿਲੇ ਦਿਨ ਛੱਡਦਾ, ਦੂਜੇ ਦਿਨ ਆ ਗਿਆ, ਕੀ ਮਾਂ-ਬਾਪ ਨੂੰ ਇਹ ਪਤਾ ਨਹੀਂ ਲੱਗਦਾ? ਤਾਂ ਮਾਂ-ਬਾਪ ਉਹਦੇ ਲਈ ਕਿਉਂ ਨਹੀਂ ਕਰਦੇ? ਉਹਦੇ ਲਈ ਸਰਕਾਰ ਨੂੰ ਕਿਉਂ ਇਲਜ਼ਾਮ ਲਾਈ ਜਾਂਦੇ ਨੇ ਲੋਕ? ਨਿਕੜਾ ਜੀ, ਸਾਨੂੰ ਸਾਰਿਆਂ ਨੂੰ ਮਿਲ ਕੇ, ਸਾਰੀਆਂ ਪਾਰਟੀਆਂ ਨੂੰ, ਦੇਖੋ ਇਹ ਇੱਕ ਸਾਂਝਾ ਕੋਜ਼ ਹੈ, ਸਾਂਝਾ ਕੰਮ ਹੈ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦਾ। ਇਹ ਸਾਂਝੇ ਕੰਮ ਦੇ ਲਈ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਲਜ਼ਾਮ ਲਾਉਣ ਦੀ ਬਜਾਏ ਇੱਕ ਦੂਜੇ ਦੇ ਸਰਕਾਰ ਤੇ ਸਾਥ ਦੇਣਾ ਚਾਹੀਦਾ। ਤੁਸੀਂ ਮੈਨੂੰ ਪਟਿਆਲੇ ਬੈਠੇ ਸੀ, ਤੁਸੀਂ ਇੱਕ ਗੱਲ ਦੱਸੋ, ਪਟਿਆਲੇ ਦੇ ਕਿਸੇ ਵੀ ਪੋਲੀਟੀਕਲ ਲੀਡਰ ਨੇ, ਕਿਸੇ ਅਕਾਲੀ ਦਲ ਦੇ, ਬੀਜੇਪੀ ਦੇ, ਆਮ ਆਦਮੀ ਪਾਰਟੀ ਦੇ, ਬੀਐਸਪੀ ਨੇ, ਕਿਸੇ ਇੱਕ ਨੇ ਆ ਕੇ ਤੁਹਾਡੇ ਕੋਲ ਕੰਪਲੇਂਟ ਕੀਤੀ ਹੈ ਮੇਰੀ ਜਿਹੜੀ ਡਰੱਗ ਵਿਕ ਰਹੀ ਹੈ ਜੀ, ਉਹ ਦੇਖੋ ਉਹ ਬੰਦੇ ਵੇਚਦੇ ਨੇ, ਅਸੀਂ ਕਹਿੰਦੇ ਤੁਹਾਡਾ ਨਾਮ ਵੀ ਨਹੀਂ ਲੈਂਦੇ, ਤੁਹਾਡਾ ਨਾਮ ਵੀ ਗੁਪਤ, ਸਾਨੂੰ ਦੱਸੋ ਤਾਂ ਸਹੀ। ਜੇ ਅਸੀਂ ਕਾਰਵਾਈ ਨਾ ਕਰੀਏ ਜਾਂ ਪੁਲਿਸ ਕਾਰਵਾਈ ਨਾ ਕਰੇ ਤਾਂ ਸਰਕਾਰ ਨੂੰ ਦਬੱਲੋ। ਪਰ ਨਿਕਲੇ ਤੁਸੀਂ ਪਟਿਆਲੇ ਦੀ ਗੱਲ ਕਰੀਏ, ਪਟਿਆਲੇ 'ਚ ਕੁਝ ਅਜਿਹੀਆਂ ਥਾਵਾਂ ਵੀ ਨੇ ਜਿੱਥੇ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ। ਲੱਕੜ ਮੰਡੀ ਕਹਿ ਸਕਦੇ ਹਾਂ, ਕੋਈ ਹੋਰ ਏਰੀਆ ਕਹਿ ਸਕਦੇ ਹਾਂ, ਜਿੱਥੇ ਪੁਲਿਸ ਵੱਲੋਂ ਵਾਰ-ਵਾਰ ਰੇਡ ਵੀ ਕੀਤੇ ਜਾਂਦੇ ਹਨ, ਪਰ ਉਹ ਬਾਅਦ ਵਿੱਚ ਉਸੇ ਤਰ੍ਹਾਂ ਦੇ ਮਾਹੌਲ ਹੋ ਜਾਂਦਾ। ਦੇਖੋ ਗੱਲ ਇਹ ਹੈ ਜੀ, ਚੋਰ ਨੇ ਚੋਰੀ ਤਾਂ ਕਰਨੀ ਹੈ। ਚੋਰ ਨੂੰ ਇੱਕ ਵਾਰੀ ਫੜ ਲੈਣਾ, ਮੋਟਰਸਾਈਕਲ ਚੱਕ ਕੇ ਉਹਨੇ ਫੜ ਲਿਆ, ਉੱਥੇ ਪਰਚਾ ਦਰਜ ਹੋ ਗਿਆ, ਉਹ ਦੁਬਾਰਾ ਆਉਂਦਾ ਹੈ, ਫਿਰ ਕਿਤੇ ਨਾ ਕਿਤੇ ਕੋਸ਼ਿਸ਼, ਪਰ ਪੁਲਿਸ ਬਾਰ-ਬਾਰ ਉਹਨੂੰ ਫੜਦੀ ਵੀ ਹੈ। ਪੁਲਿਸ ਤਾਂ ਕਾਰਵਾਈ ਰੈਗੂਲਰ ਕਰ ਰਹੀ ਹੈ ਨਾ ਜੀ। ਹੁਣ ਤੁਸੀਂ ਦੱਸ ਰਹੇ ਹੋ, ਤੁਸੀਂ ਸਾਨੂੰ ਦੱਸਤਾ ਲੱਕੜ ਮੰਡੀ ਦੇ ਵਿੱਚ ਕਾਫੀ ਵਾਰ ਅਸੀਂ ਰੇਡ ਕਰਵਾਈ, ਕਾਫੀ ਬੰਦੇ ਚੱਕੇ, ਬਿਲਕੁਲ ਹੋਈ, ਠੀਕ ਹੈ, ਜ਼ਮਾਨਤ ਹੋ ਜਾਂਦੀ ਹੈ,
ਕਈ ਬੰਦੇ ਜੋ ਮਤਲਬ ਕਹਿ ਦੋ ਵੀ ਹੱਟੀ ਹੁੰਦੇ ਨੇ ਹਾਂਜੀ ਵੀ ਚਲੋ ਅਸਤਾ ਸਾਨੂੰ ਤਾਂ ਇਹਨਾਂ ਚੋਂ ਹੀ ਕਮਾਈ ਹੋਣੀ ਹੈ। ਕੋਈ ਸ਼ਰਾਬ ਜਾਲੀ ਵੇਚਣ ਲੱਗ ਜਾਂਦਾ ਉਹਨੂੰ ਉਹਦਾ ਹੀ ਫਾਇਦਾ ਹੋ ਜਾਂਦਾ। ਇਸੇ ਤਰ੍ਹਾਂ ਡਰੱਗ ਵੇਚਦੇ ਆ ਕੋਈ, ਪਰ ਸਾਨੂੰ ਤੁਸੀਂ ਕੁਝ ਬੰਦਿਆਂ ਦੇ ਨਾਮ, ਤੁਸੀਂ ਪ੍ਰੈਸ ਦਾ ਕੰਮ ਕਰਦੇ ਹੋ, ਤੁਸੀਂ ਸਟਿੰਗ ਕਰਕੇ ਦਿਓ, ਇੱਕ ਵੀ ਬੰਦਾ ਅਸੀਂ ਜਿਹੜਾ ਸਪੇਅਰ ਨਹੀਂ ਕਰਾਂਗੇ, ਸਾਰੇ ਬੰਦੇ ਅਰੈਸਟ ਕਰਾਂਗੇ, ਭਾਵੇਂ ਉਹ ਲੱਕੜ ਮੰਡੀ ਹੋਵੇ ਭਾਵੇਂ ਕੋਈ ਹੋਰ। ਨਿਕਲੇ ਤੁਹਾਡੀ ਗੱਲ ਬਿਲਕੁਲ ਸਹੀ ਹੈ, ਪਰ ਦੇਖੋ ਕਿਤੇ ਨਾ ਕਿਤੇ ਫਿਰ ਪੰਜਾਬ ਪੁਲਿਸ ਦਾ ਕੀ ਰੋਲ ਹੈ? ਜੇ ਅਸੀਂ ਦੱਸਣਾ ਲੋਕਾਂ ਨੂੰ, ਪੰਜਾਬ ਪੁਲਿਸ ਤੁਹਾਨੂੰ ਲੱਗਦਾ ਪਤਾ ਨਹੀਂ ਪੰਜਾਬ ਪੁਲਿਸ ਨੂੰ? ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਇਹ ਕੰਮ ਪੁਲਿਸ ਦਾ ਹੀ ਹੈ। ਪੁਲਿਸ ਚੱਪੇ ਤੋਂ ਵਾਕਫ ਹੈ ਪਟਿਆਲੇ ਦੀ। ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਹੋ ਸਕਦਾ ਇੱਕ ਅੱਧਾ ਕੋਈ ਇੱਕਾ ਦੁੱਕਾ ਪੁਲਿਸ ਅਧਿਕਾਰੀ ਦਾਗੀ ਹੋਏ, ਲਾਲਚੀ ਹੋਏ, ਫਿਰ ਉਹਨਾਂ ਅਧਿਕਾਰੀਆਂ ਨੂੰ ਪਰ ਅਸੀਂ ਨਾ ਉਸ ਨੂੰ ਸਜ਼ਾ 100% ਮਿਲੇਗੀ। ਸਾਨੂੰ ਜਦੋਂ ਵੀ ਕਿਤੋਂ ਇਨਫੋਰਮ ਹੁੰਦਾ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਦਾਗੀ ਹੈ, ਤੁਹਾਨੂੰ ਮੈਂ ਇੱਕ ਸਾਡੇ ਨਾ ਪੋਸਟਰ ਡਿਕਲੇਅਰ ਕੀਤੇ ਹੋਏ ਨੇ, ਬਿਲਕੁਲ ਮੇਰੇ ਮੋਬਾਈਲ ਦੇ ਵਿੱਚ ਮੈਂ ਤੁਹਾਨੂੰ ਦਿਖਾਣਾ ਕਿ ਜੇ ਕੋਈ ਪੁਲਿਸ ਮੁਲਾਜ਼ਮ ਡਰੱਗ ਮਾਫੀਆ ਦੇ ਕਿਸੇ ਵੀ ਬੰਦੇ ਨੂੰ ਫੜਾਉਣ ਤੋਂ ਬਾਅਦ ਛੱਡ ਦਿੰਦਾ ਤਾਂ ਉਹ ਸੂਚਨਾ ਸਾਨੂੰ ਦਿਓ, ਅਸੀਂ ਉਸ ਤੇ ਪੂਰੀ ਕਾਰਵਾਈ ਕਰਾਂਗੇ। ਘੱਟੋ ਘੱਟ 40 ਮੁਲਾਜ਼ਮਾਂ ਤੇ ਅਸੀਂ ਕਾਰਵਾਈ ਕੀਤੀ ਹੈ ਓਪਨਲੀ। ਮੇਰੀਆਂ ਸਾਰੀਆਂ ਸਟੇਟਮੈਂਟਾਂ ਮੇਰੇ ਕੋਲ ਸੈੱਲ ਦੀ ਸਾਈਟ ਤੇ ਪਈਆਂ, ਸਾਰੀਆਂ ਕੱਢ ਕੇ ਦੇਖ ਲਓ, ਤੁਸੀਂ ਪੜ੍ਹ ਲਓ। ਅਸੀਂ ਹਰ ਮੁਲਾਜ਼ਮ ਤੇ ਕਾਰਵਾਈ ਕੀਤੀ ਹੈ ਜਿਹੜਾ ਕਿਸੇ ਡਰੱਗ ਮਾਫੀਆ ਦੀ ਸਪੋਰਟ ਕਰਦਾ ਜਾਂ ਮੰਥਲੀ ਲੈਂਦਾ। ਇਹ ਵੀ ਲਿਖਿਆ ਵੀ ਜੇ ਤੁਹਾਡੇ ਏਰੀਆ 'ਚ ਕੋਈ ਡਰੱਗ ਵੇਚਦਾ ਜਾਂ ਡਰੱਗ ਲੈਂਦਾ ਉਹਦੀ ਸੂਚਨਾ ਦਿਓ, ਉਹ ਵੀ ਅਸੀਂ ਕਾਰਵਾਈ ਕਰਾਂਗੇ। ਪਰ ਨਿਕਲੇ ਸਵਾਲ ਤਾਂ ਫਿਰ ਉੱਥੇ ਹੀ ਖੜਾ ਹੁੰਦਾ ਨਾ ਕਿ ਉਹਨਾਂ ਨੂੰ ਸ਼ੈ ਕੌਣ ਦੇ ਰਿਹਾ ਹੈ? ਲੀਡਰ ਦੇ ਰਹੇ ਨਹੀਂ, ਹੈ, ਕੋਈ ਸਰਕਾਰਾਂ ਦੇ ਨੁਮਾਇੰਦੇ ਦੇ ਰਹੇ ਜੀ, ਜਾਂ ਪੁਲਿਸ ਅਫਸਰ ਦੇ ਰਹੇ? ਨਹੀਂ ਦੇਖੋ, ਪੁਲਿਸ ਅਫਸਰ ਵੀ ਕੋਈ ਸ਼ੈ ਨਹੀਂ ਦਿੰਦਾ ਜੀ, ਕੋਈ 100 ਚੋਂ 1000 ਚੋਂ ਇੱਕ ਅੱਧਾ ਬੰਦਾ ਦਾਗੀ ਹੁੰਦਾ, ਮਤਲਬ ਕੋਈ ਨਾ ਕੋਈ ਹੁੰਦਾ ਹੀ ਹੈ। ਕੋਈ ਹਰ ਦੇਖੋ ਆਪਾਂ 5 ਉਂਗਲਾਂ ਨੇ ਪੰਜੇ ਬਰਾਬਰ ਨਹੀਂ ਆਪਣੀ, ਤਾਂ ਇੱਕ ਛੋਟੀ ਹੈ ਇੱਕ ਬੜੀ ਹੈ। ਜਿਹੜੀ ਛੋਟੀ ਆ ਹੋ ਸਕਦਾ ਉਹਨੂੰ ਲਾਲਚ ਵੱਧ ਹੋਏ, ਸੋ ਇਸ ਕਰਕੇ ਪੁਲਿਸ ਅਫਸਰ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਨੇ। ਕੋਈ ਨਾ ਕੋਈ ਦਾਗੀ ਹੈ, ਦਾਗੀਆਂ ਦੀ ਕਾਰਵਾਈ ਹੁੰਦੀ ਹੈ। ਇਸੇ ਤਰ੍ਹਾਂ ਕੋਈ ਪੋਲੀਟੀਕਲ ਬੰਦਾ ਜੇ ਕਿਸੇ ਕੋਈ ਸਪੋਰਟ ਕਰਦਾ ਹੈ ਤਾਂ ਉਸ ਤੇ ਵੀ ਕਾਰਵਾਈ ਹੁੰਦੀ ਹੈ, ਤਾਂ ਉਸ ਤੇ ਵੀ ਕਾਰਵਾਈ ਹੋਈ। ਤੁਹਾਨੂੰ ਪਤਾ ਹੀ ਹੈ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਜਿਹੜੇ ਉਹ ਭਾਜਪਾ ਦੇ ਪ੍ਰਧਾਨ ਸੀ ਜਿਨ੍ਹਾਂ ਦੀ ਡੈਥ ਹੋ ਗਈ, ਉਹਨਾਂ ਦਾ ਪੀਏ ਇਨਵੋਲਵ ਸੀ, ਉਹ ਫੜਿਆ ਗਿਆ ਸੀ। ਬਿਲਕੁਲ ਉਸ ਤੇ ਕਾਰਵਾਈ ਹੋਈ। ਨਿਕਲੇ ਤੁਹਾਡੀ ਐਂਟੀ ਨਾਰਕੋਟਿਕ ਸੈੱਲ, ਤੁਸੀਂ ਇੱਕ ਪੰਜਾਬ ਲੈਵਲ ਦੀ ਟੀਮ ਬਣਾਈ ਹੋਈ ਹੈ, ਤੇ ਉਹਨਾਂ ਦਾ ਕੀ ਵਰਕ ਹੋ ਰਿਹਾ? ਉਹਨਾਂ ਦਾ ਵਰਕ ਹੈ ਜੀ ਕਿ ਅਸੀਂ ਹਰ ਏਰੀਏ ਦੇ ਵਿੱਚ ਸੈਮੀਨਾਰ ਕਰਦੇ ਹਾਂ। ਪਟਿਆਲੇ ਤੁਹਾਡੇ ਸਾਹਮਣੇ ਆਮ ਨਹੀਂ ਹੁੰਦੇ। ਬਿਲਕੁਲ ਜੀ, ਆ ਹੁਣ 26 ਜੂਨ ਨੂੰ ਵੀ ਅਸੀਂ ਕਰਕੇ ਹਟੇ ਹਾਂ ਬੜਾ ਸੈਮੀਨਾਰ ਕਰਦੇ ਹਾਂ ਜੀ। ਇਹਦੇ ਵਿੱਚ ਮੇਲ ਫੀਮੇਲ ਸਾਰੀ ਟੀਮ ਹੈ ਸਾਡੀ, ਹਰ ਜ਼ਿਲ੍ਹੇ ਦੇ ਵਿੱਚ ਹੋ ਰਿਹਾ। ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਜਲਾਲਾਬਾਦ ਲਾ ਲਓ, ਇੱਧਰ ਲਾਸਟ, ਇੱਧਰੋਂ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਸਾਰਾ ਪੰਜਾਬ ਖਬਰ ਹੈ ਸਾਡਾ। ਬਿਲਕੁਲ ਜੀ। ਅਸੀਂ ਅਵੇਅਰਨੈਸ ਕੈਂਪ ਲਗਾਉਂਦੇ ਹਾਂ, ਰੋਡ ਸ਼ੋਅ ਕਰਦੇ ਹਾਂ। ਅਸੀਂ ਇਹ ਨਹੀਂ ਕਹਿੰਦੇ ਕਿ ਡਰੱਗ ਬਿਲਕੁਲ ਖਤਮ ਹੋ ਗਈ, ਪਰ ਅਸੀਂ ਉਸ ਨੂੰ ਖਤਮ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਡਰੱਗ ਲੈਣ ਦੇ ਇਹ ਨੁਕਸਾਨ ਨੇ, ਵੀ ਤੁਸੀਂ ਡਰੱਗ ਨਾ ਲਓ। ਕਿਉਂਕਿ ਜਿਹੜਾ ਡਰੱਗ ਲੈਣ ਲੱਗ ਜਾਂਦਾ ਉਹ ਇਕੱਲਾ ਹੀ ਬਰਬਾਦ ਆਪ ਨਹੀਂ ਹੁੰਦਾ, ਉਹਦਾ ਪਰਿਵਾਰ ਸਾਰੇ ਬਰਬਾਦ ਹੋ ਜਾਂਦਾ। ਉਹਨਾਂ ਦੀਆਂ ਭੈਣਾਂ ਨਾਲ ਕੋਈ ਰਿਸ਼ਤੇ ਨਹੀਂ ਕਰਦਾ, ਅਗਲਾ ਕਹਿੰਦਾ ਕਿ ਨਸ਼ੇੜੀ ਦੀ ਭੈਣ ਹੈ, ਬਿਲਕੁਲ ਇਹ ਨਸ਼ੇੜੀ ਦੀ ਮਾਂ ਹੈ। ਈਵਨ ਇੱਥੇ ਤੱਕ ਕਿ ਇੱਕ ਮਾਛੀਵਾੜੇ ਦੇ ਕਿਸੇ ਪਿੰਡ ਦੇ ਵਿੱਚ ਇੱਕ ਲੜਕੇ ਨੇ ਡਰੱਗ ਲੈਣ ਦੇ ਲਈ, ਉਹਦੇ ਕੋਲ ਪੈਸੇ ਨਹੀਂ ਸੀ, ਉਸਨੇ ਆਪਣੀ ਮਦਰ ਦੀ ਨਹਾਉਂਦੇ ਦੀ ਮੂਵੀ ਬਣਵਾਤੀ ਕਿ ਮੈਨੂੰ ਨਸ਼ਾ ਦੇ ਦਿਓ, ਤੁਸੀਂ ਮੂਵੀ ਬਣਾ ਦਿਓ। ਉਹ ਜਿਹੜੇ ਵੇਚਦੇ ਸੀ ਉਹ ਕਹਿੰਦੇ ਤੇਰੀ ਮੰਮੀ ਦੀ ਮੂਵੀ ਬਣਾਵਾਂਗੇ। ਤਾਂ ਇੱਥੇ ਤੱਕ ਜਦੋਂ ਡਰੱਗ ਅਡਿਕਟ ਹੋ ਜਾਂਦਾ ਬੰਦਾ, ਇੱਥੇ ਤੱਕ ਗਿਰ ਸਕਦਾ ਬੰਦਾ। ਸੋ ਇਸ ਕਰਕੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਹਰ ਬੰਦੇ ਨੂੰ, ਭਾਵੇਂ ਕੋਈ ਪੁਲਿਸ ਅਫਸਰ ਹੈ, ਭਾਵੇਂ ਕੋਈ ਰਾਜਨੀਤਿਕ ਲੀਡਰ ਹੈ, ਭਾਵੇਂ ਕੋਈ ਸਮਾਜ ਸੇਵਕ ਹੈ, ਤੇ ਭਾਵੇਂ ਕੋਈ ਆਮ ਸਿਟੀਜ਼ਨ ਹੈ, ਸਾਨੂੰ ਸਾਰਿਆਂ ਨੂੰ ਇਹਨੂੰ ਖਤਮ ਕਰਨ ਦੇ ਲਈ ਹੱਲਾ ਮਾਰਨਾ ਚਾਹੀਦਾ ਹੈ। ਤਾਂ ਹੀ ਇਹ ਪੰਜਾਬ 'ਚੋਂ ਡਰੱਗ ਖਤਮ ਹੋ ਜਾਏਗੀ। ਕਿਉਂਕਿ ਦੇਖੋ ਚੋਰੀ ਦਾ ਕਿਤੇ ਨਾ ਕਿਤੇ, ਚੋਰੀ ਦਾ ਮਾਂ-ਬਾਪ ਦੀ ਜੇਬ 'ਚੋਂ ਬੱਚੇ ਕਰ ਲੈਂਦੇ, ਫਿਰ ਬਾਹਰ ਤਾਂ ਜਿੱਥੇ ਮਰਜ਼ੀ ਚੋਰੀ ਕਰ ਸਕਦਾ ਬੰਦਾ। ਸੋ ਇਸ ਕਰਕੇ ਜਦੋਂ ਤੱਕ ਸਾਨੂੰ ਕਿਸੇ ਦਾ ਪਤਾ ਲੱਗੇਗਾ, ਜਿਹੜਾ ਵੀ ਬੰਦਾ ਡਰੱਗ ਵੇਚ ਰਿਹਾ ਕੋਈ ਦੱਸੇਗਾ, ਅਸੀਂ ਨਾਲ ਉਹਨੂੰ ਫੜ ਰਹੇ ਹਾਂ। ਬਾਕੀ ਸਾਡੀ ਆਪਣੀ ਖੂਫੀਆ ਟੀਮ ਹੈ ਜੋ ਸਾਨੂੰ ਦੱਸਦੀ ਹੈ। ਮੇਰੇ ਕੋਲ ਘੱਟ ਤੋਂ ਘੱਟ 2000 ਬੰਦਿਆਂ ਦੀ ਰਿਕਾਰਡਿੰਗ ਹੈ, ਜਿਹਦੇ 'ਚ ਅਸੀਂ ਮਹੀਨੇ 'ਚ ਇੱਕ ਅੱਧੀ ਵਾਰ ਅਸੀਂ ਉਹ ਹੈਲਪਲਾਈਨ ਖੋਲ੍ਹਦੇ ਹਾਂ ਕਿ ਸਾਨੂੰ ਫੋਨ ਤੇ ਦੱਸੋ, ਤੁਹਾਡਾ ਨਾਮ ਨਹੀਂ ਲਿਆ ਜਾਏਗਾ, ਅਸੀਂ ਉਹ ਡਰੱਗ ਸਮਗਲਰ ਨੂੰ ਫੜਾਵਾਂਗੇ, ਤੁਹਾਡਾ ਬਿਲਕੁਲ ਨਾਮ ਨਹੀਂ ਲਿਆ ਜਾਏਗਾ। ਡਰਨ ਦੀ ਲੋੜ ਨਹੀਂ। ਕਈ ਲੋਕ ਸਾਨੂੰ ਇੱਦਾਂ ਲੀਡ ਵੀ ਦਿੰਦੇ। ਤੁਹਾਡੇ ਨਾਰਕੋਟਿਕ ਸੈੱਲ ਤੇ ਤੁਸੀਂ ਕਹਿੰਦੇ ਹੋ ਪੰਜਾਬ 'ਚ ਪੂਰਾ ਤਰ੍ਹਾਂ ਇੱਕ ਤਰ੍ਹਾਂ ਫੈਲਾਅ ਕੀਤਾ ਹੋਇਆ ਹੈ, ਤੇ ਲਾਸਟ ਤੁਹਾਡੀ ਕੈਪਟਨ ਸਾਹਿਬ ਨਾਲ ਕਦੋਂ ਇਸ ਸੰਬੰਧੀ ਮੀਟਿੰਗ ਹੋਈ? ਸਾਡੀ ਲਾਸਟ ਮੀਟਿੰਗ ਤਕਰੀਬਨ 6 ਮਹੀਨੇ ਪਹਿਲਾਂ ਹੋਈ ਸੀ। ਹੁਣ
ਸ਼ਾਇਦ ਇਸ ਹਫਤੇ ਦੇ ਵਿੱਚ ਹੀ ਦੁਬਾਰਾ ਹੈ। ਕੱਲ੍ਹ ਹੀ ਅਸੀਂ ਟਾਈਮ ਨੋਟ ਕਰਾਇਆ, ਤੁਹਾਨੂੰ ਟਾਈਮ ਮਿਲ ਜਾਣਾ 3-4 ਦਿਨ 'ਚ। ਤਾਂ ਨਾਰਕੋਟਿਕ 6 ਮਹੀਨੇ ਪਹਿਲਾਂ ਹੋਈ ਸੀ ਕਿ ਸਰਕਾਰ ਬਣੇ ਨੂੰ ਜਿੰਨਾ ਟਾਈਮ ਹੋਇਆ, ਪੂਰੇ ਸਰਕਾਰ ਦੇ ਟਾਈਮ ਦੇ ਵਿੱਚ ਕਿੰਨੀ ਕੁ ਤੁਸੀਂ ਮੀਟਿੰਗ? ਨਹੀਂ, ਲਾਸਟ ਮੀਟਿੰਗ ਤਾਂ 6 ਮਹੀਨੇ ਪਹਿਲਾਂ ਹੋਈ ਸੀ। ਉਸ ਤੋਂ ਪਹਿਲਾਂ ਪਿਛਲੇ ਸਾਲ ਵੀ ਹੋਈ ਮੀਟਿੰਗ ਸਾਡੀ, ਮਤਲਬ ਸਾਲ 'ਚ 1-2 ਮੀਟਿੰਗਾਂ। ਦੇਖੋ ਇੰਨੇ ਕੁ ਹੁੰਦਾ, ਉਹਨਾਂ ਨੇ ਸਾਨੂੰ ਨਿਰਦੇਸ਼ ਦੇਣੇ ਹੁੰਦੇ ਆ, ਵੀ ਗਾਈਡਲਾਈਨ ਦੇਣੀਆਂ ਹੁੰਦੀਆਂ। ਅਸੀਂ ਆਪਣੀਆਂ ਕਾਰਵਾਈ, ਆਪਣੀ ਜੋ ਕਾਰਵਾਈ ਕੀਤੀ ਹੈ, ਕਾਰਗੁਜ਼ਾਰੀ ਦੱਸਦੇ ਹਾਂ, ਤੇ ਉਹ ਸਾਨੂੰ ਉਹਦੇ ਉਸ ਤੋਂ ਅੱਗੇ ਜਾਣ ਲਈ ਸਾਨੂੰ ਪ੍ਰੇਰਿਤ ਕਰਦੇ ਨੇ। ਉਹੀ ਉਹ ਪੁਲਿਸ ਨੂੰ ਨਿਰਦੇਸ਼ ਦਿੰਦੇ ਨੇ। ਫਿਰ ਅਸੀਂ STF ਚੀਫ ਨਾਲ ਮੀਟਿੰਗ ਕਰਦੇ ਹਾਂ। ਗੁਰਪ੍ਰੀਤ ਦਿਓ ਨਾਲ ਕਰ ਚੁੱਕੇ ਅਸੀਂ ਮੀਟਿੰਗ। STF ਚੀਫ ਜੋ ਰਿਟਾਇਰ ਹੋ ਗਏ ਮੁਸਤਫਾ ਸਾਹਿਬ, ਉਹਨਾਂ ਨਾਲ ਕਰ ਚੁੱਕੇ ਅਸੀਂ, ਹਾਂਜੀ। ਤੇ ਹਰਪ੍ਰੀਤ ਸਿੰਘ ਜੀ ਸਿੱਧੂ ਤੇ ਅਸੀਂ ਆਫਿਸ ਦੇ ਵਿੱਚ ਮੀਟਿੰਗਾਂ ਕਰ ਚੁੱਕੇ ਹਾਂ। ਤਾਂ ਸਾਰਾ ਸਾਡੇ ਕੋਲ ਔਨ ਦਾ ਰਿਕਾਰਡ ਹੈ। ਕੋਈ ਵੀ ਜਿਹੜੀ ਮੈਂ ਤੁਹਾਨੂੰ ਗੱਲ ਇੱਥੇ ਬੈਠ ਕੇ ਕਹਿ ਰਿਹਾ ਤੁਹਾਡੇ ਕੈਮਰੇ ਤੇ, ਪੰਜਾਬ ਦੇ ਲੋਕਾਂ ਦੇ ਸਾਹਮਣੇ, ਸਾਰੀ ਚੀਜ਼ ਸਾਡੇ ਕੋਲ ਔਨ ਦਾ ਰਿਕਾਰਡ ਹੈ। ਸਾਰੀ ਚੀਜ਼, ਜੇ ਅਸੀਂ ਡਰੱਗ ਮਾਫੀਆ ਦੀ ਲਿਸਟ ਦਿੱਤੀ ਹੈ, ਉਹ ਵੀ ਸਾਡੇ ਕੋਲ ਲਿਸਟ ਨਹੀਂ। 250-300 ਬੰਦੇ ਦੀ ਸਾਡੇ ਕੋਲ ਲਿਸਟ ਪ੍ਰੈਜੈਂਟ ਹੈ, ਜੋ ਅਸੀਂ ਅਲੱਗ-ਅਲੱਗ ਆਫਿਸਰਸ ਨੂੰ ਦੇ ਕੇ ਆਏ। CM ਹਾਊਸ ਦਿੱਤੀ, CM ਸਾਹਿਬ ਨੂੰ, STF ਚੀਫ ਨੂੰ ਦਿੱਤੀ, DGP ਆਫਿਸ, ਤਿੰਨੇ ਥਾਂ ਦੇ ਉੱਤੇ। ਚੌਥੀ ਕਾਪੀ ਅਸੀਂ ਆਪਣੇ ਕੋਲ ਰੱਖਦੇ ਹਾਂ, ਤਾਂ ਕਿ ਕਿਸੇ ਵੇਲੇ ਵੀ ਅਸੀਂ ਇਸ ਨੂੰ ਡਿਸਪਲੇ ਕਰ ਸਕੀਏ ਕਿ ਅਸੀਂ ਆਹ ਕੰਮ ਕੀਤਾ। ਤੁਹਾਡੀ ਲਿਸਟ ਦੇ ਵਿੱਚ ਕਿਹਨਾਂ ਦੇ ਨਾਮ ਹੈ? ਜ਼ਿਲ੍ਹੇ ਵਾਈਜ਼ ਨਾਮ ਨੇ ਕਿ ਪੂਰੇ ਪੰਜਾਬ ਦੇ ਵਿੱਚੋਂ ਕੋਈ ਵੱਡਾ? ਨਹੀਂ, ਸਾਡੇ ਕੋਲ ਇਸ ਤਰ੍ਹਾਂ ਜੀ ਕਿ ਆਉਂਦੇ ਸਾਡੇ ਕੋਲ ਲੀਡ ਜਿਹੜੀਆਂ ਜ਼ਿਲ੍ਹੇ ਵਾਈਜ਼ ਆਉਂਦਾ, ਕੋਈ ਰਾਜਪੁਰ ਤੋਂ ਆ ਗਿਆ, ਕੋਈ ਮਾਨਸਾ ਤੋਂ ਆ ਗਿਆ। ਉਹ ਜੋ ਸਾਨੂੰ ਦਿੰਦੇ ਆ, ਲੋਕ ਬੜੇ ਡਰਦੇ ਆ, ਲੋਕ ਨਚਲਦੀ ਹੈ ਕਿ ਡਰੱਗ ਮਾਫੀਆ ਤੋਂ ਲੋਕ ਡਰਦੇ ਵੀ ਨੇ, ਆਮ ਲੋਕ ਨਹੀਂ ਪੰਗਾ ਲੈਣਾ ਚਾਹੁੰਦੇ। ਪਰ ਅਸੀਂ ਲੋਕ ਹੁਣ ਜਦੋਂ ਬੀੜਾ ਚੱਕਿਆ, ਸਰਕਾਰ ਨੇ ਸਾਡੀ ਜ਼ਿੰਮੇਵਾਰੀ ਲਾਈ ਹੈ, ਜੋ ਸਾਡੀ ਜ਼ਿੰਮੇਵਾਰੀ ਦਿੱਤੀ ਹੈ, ਅਸੀਂ ਓਪਨਲੀ ਸਾਰਾ ਕੁਝ ਬੋਲ ਰਹੇ ਹਾਂ। ਤੁਹਾਡੇ ਸਾਹਮਣੇ ਰੋਜ਼ ਪ੍ਰੈਸ ਤੁਸੀਂ ਪੜ੍ਹਦੇ ਹਾਂ, ਬਿਲਕੁਲ ਜੀ, ਕਿ ਜਦੋਂ ਤੱਕ ਡਰੱਗ ਮਾਫੀਆ ਪੰਜਾਬ 'ਚ ਖਤਮ ਨਹੀਂ ਹੋਏਗਾ, ਉਦੋਂ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਜੋ ਸਾਡੀ ਜ਼ਿੰਮੇਵਾਰੀ ਹੈ, ਪੰਜਾਬ ਦਾ ਨੌਜਵਾਨ ਨਸ਼ਾ ਮੁਕਤ ਹੋਣਾ ਚਾਹੀਦਾ, ਤਾਂ ਹੀ ਲੋਕ ਜੋ ਤੰਦਰੁਸਤ ਹੋਣਗੇ ਤਾਂ ਤਰੱਕੀ ਕਰਨਗੇ, ਤਾਂ ਹੀ ਪੜ੍ਹਨਗੇ, ਤਾਂ ਹੀ ਵਧੀਆ ਪੰਜਾਬ ਨੂੰ ਉੱਪਰ ਲੈ ਕੇ ਜਾਣਗੇ। ਪਰ ਨਿਕਲਾ ਜੀ, ਕਦੇ ਨਾ ਕਦੇ ਤੁਹਾਡੀ ਗੱਲ ਬਿਲਕੁਲ ਸਹੀ ਹੈ। ਦੇਖੋ, ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਦਰਿਆ ਵਗ ਰਿਹਾ ਹੈ, ਨਸ਼ਾ ਚੱਲ ਰਿਹਾ ਹੈ, ਉਹ ਬਹੁਤੇ ਲੋਕਾਂ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਵਿਦੇਸ਼ਾਂ 'ਚ ਭੇਜਦੇ ਨੇ। ਪੰਜਾਬ ਦੇ ਵਿੱਚ ਨੌਜਵਾਨ ਪੀੜ੍ਹੀ ਦਾ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਜਾ ਰਹੀ ਹੈ। ਬਿਲਕੁਲ ਠੀਕ ਹੈ ਤੁਹਾਡੀ ਗੱਲ ਇਸ ਤਰ੍ਹਾਂ ਕਿ ਦੇਖੋ, ਪਹਿਲਾਂ ਤੋਂ ਹੁਣ ਦੇ ਵਿੱਚ ਬੜਾ ਫਰਕ ਹੋ ਗਿਆ। ਅੱਜ ਕੰਪਿਊਟਰਾਈਜ਼ ਯੁੱਗ ਆ ਗਿਆ, IT ਯੁੱਗ ਆ ਗਿਆ। ਜਿੱਥੇ ਪਹਿਲਾਂ 20 ਬੰਦੇ ਕੰਮ ਕਰਦੇ ਸੀ, ਉੱਥੇ ਹੁਣ 1 ਜਾਂ 2 ਬੰਦੇ ਕੰਮ ਕਰਦੇ ਨੇ ਕੰਪਿਊਟਰ ਤੇ। ਜੋਬਸ ਜਿਹੜੀਆਂ ਉਹ ਘਟ ਗਈ, ਨੇਚਰਲੀ ਘਟਦੀਆਂ। ਔਰ ਦੂਸਰੀ ਚੀਜ਼ ਇਹ ਆ, ਹੁਣ 5-4 ਸਾਲ 'ਚ ਰਿਟਾਇਰਮੈਂਟ ਹੋਣੀ ਹੈ। ਇਹਨਾਂ ਆਉਣ ਵਾਲੇ 5-4 ਸਾਲ 'ਚ ਬਹੁਤ ਵੱਡੀ ਰਿਟਾਇਰਮੈਂਟ ਹੋਣੀ ਹੈ। ਤਾਂ ਉਸ ਤੋਂ ਬਾਅਦ ਹੀ ਭਰਤੀ ਹੋਣੀ ਹੈ, ਜਿੰਨਾ ਕੁ ਪੰਜਾਬ ਦਾ ਬਜਟ ਹੁੰਦਾ। ਪਰ ਫਿਰ ਵੀ ਸਰਕਾਰ ਨੂੰ ਜਿੱਥੇ ਵੀ ਲੋੜ ਹੈ, ਜਿਸ ਤਰ੍ਹਾਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਭਰਤੀ ਘੱਟ ਸੀ, ਨਫਰੀ ਘੱਟ ਹੈ, ਉਹੀ ਪੁਲਿਸ ਜਿਹੜੀ ਹੈ VIP ਡਿਊਟੀ 'ਤੇ ਹੁੰਦੀ ਹੈ, ਸਮਾਗਮਾਂ ਦੀ ਡਿਊਟੀ 'ਤੇ ਹੁੰਦੀ ਹੈ। ਸਾਡਾ ਧਾਰਮਿਕ ਦੇਸ਼ ਹੈ, ਉਹ ਰੋਜ਼ ਕੋਈ ਸਾਡੇ ਮਤਲਬ ਕਿ ਰੈਲੀਜ਼ ਹੁੰਦੀਆਂ ਜਾਂ ਧਾਰਮਿਕ ਸਮਾਗਮ ਹੁੰਦੇ ਆ, ਉੱਥੇ ਵੀ ਪੁਲਿਸ ਫੋਰਸ ਦੀ ਲੋੜ ਹੈ, ਥਾਣਿਆਂ 'ਚ ਵੀ ਫੋਰਸ ਦੀ ਲੋੜ ਹੈ। ਤੇ ਉਹਦੇ ਕਰਕੇ ਹੁਣ ਪੁਲਿਸ ਦੀ ਭਰਤੀ ਲਗਾਤਾਰ ਹੋ ਰਹੀ ਹੈ, ਪਿੱਛੇ ਵੀ ਹੋਈ, ਹੁਣ ਫਿਰ ਹੋ ਰਹੀ ਹੈ। ਹਾਂਜੀ, ਇਸੇ ਤਰ੍ਹਾਂ ਬਾਕੀ ਡਿਪਾਰਟਮੈਂਟਾਂ 'ਚ ਵੀ ਜਿਹੜੀਆਂ ਪਟਵਾਰੀਆਂ ਦੇ ਵਿੱਚ ਘਾਟ ਸੀਗੀ ਕੈਂਡੀਡੇਟਸ ਦੀ, ਜਿਹੜੇ ਇੰਪਲੋਈ ਸੀ, ਉਹਨਾਂ ਦੀ ਭਰਤੀ ਹੁਣ ਖੁੱਲ੍ਹੀ ਹੈ, ਉਹਦੇ ਪੇਪਰ ਹੋ ਰਿਹਾ। ਸਾਰੇ ਡਿਪਾਰਟਮੈਂਟਾਂ ਜਿੱਥੇ ਰਿਕੁਆਇਰਮੈਂਟ ਹੈ ਹੋ ਰਹੀ ਹੈ। ਹੁਣ ਜਦੋਂ ਉਹ ਰਿਕੁਆਇਰਮੈਂਟ ਪੂਰੀ ਹੋਣੀ ਹੈ ਤਾਂ ਨੈਚੁਰਲੀ ਭਰਤੀ ਹੋ ਜਾਣੀ ਹੈ। ਪ੍ਰਾਈਵੇਟ ਕੰਪਨੀ 'ਚ ਅੱਜ ਕੱਲ੍ਹ ਮੈਕਸਿਮਮ ਲੋਕਾਂ ਦਾ ਪ੍ਰਾਈਵੇਟ ਵਾਲੇ ਪਾਸੇ ਵੀ ਜਿਹੜਾ ਧਿਆਨ ਚਲਾ ਗਿਆ, ਕਿਉਂਕਿ ਬੱਚੇ IT ਸੈਂਟਰ ਵੱਲ ਜ਼ਿਆਦਾ ਚਲੇ ਗਏ। ਤਾਂ IT ਸੈਂਟਰ ਦੇ ਵਿੱਚ ਜਿਹੜੀਆਂ ਜੋਬਸ ਹੈ, ਉਹ ਹਜੇ ਪੰਜਾਬ ਉਸ ਕੰਡੀਸ਼ਨ 'ਤੇ ਨਹੀਂ ਪਹੁੰਚਿਆ IT ਸੈਂਟਰ ਦੇ ਵਿੱਚ, ਜਿੱਥੇ ਗੁੜਗਾਉਂ ਜਾਂ ਬੈਂਗਲੌਰ ਪਹੁੰਚ ਗਿਆ। ਆਪਾਂ ਮੰਨਦੇ ਹਾਂ ਗੱਲ। ਤਾਂ ਲੋਕੀ ਜਾਂ ਤਾਂ ਉੱਥੇ ਕਰ ਰਹੇ ਆ, ਕੁਝ ਬੱਚੇ ਐਸੇ ਹੈ ਕਿ ਉਹ ਹਾਇਰ ਸਟੱਡੀਜ਼ ਕਰਨ ਲਈ ਕੈਨੇਡਾ, ਅਮਰੀਕਾ, ਇੰਗਲੈਂਡ, ਸਾਰੇ ਪਾਸੇ ਵਿੱਚ, ਆਸਟ੍ਰੇਲੀਆ, ਨਿਊਜ਼ੀਲੈਂਡ ਜਾ ਰਹੇ ਹੈ, ਉਹ ਵੀ ਜਾ ਰਹੇ ਨੇ। ਸੋ ਹਰ ਬੰਦੇ ਨੂੰ ਦੇਖੋ, ਤਰੱਕੀ ਤਾਂ ਹਰ ਬੰਦੇ ਦਾ ਇੱਕ ਪਰਿਵਰਤਨ ਹੈ ਨਾ। ਤਰੱਕੀ ਤਾਂ ਹੀ ਹੋਏਗੀ ਜਦੋਂ ਪਰਿਵਰਤਨ ਹੋਏਗਾ। ਪਰਿਵਰਤਨ ਤਾਂ ਹੋਏਗਾ ਜਦੋਂ ਅਸੀਂ ਆਪਣਾ ਘਰ ਤੋਂ ਮਾੜਾ ਮੋਟਾ ਘਰ 'ਚ ਹਰ ਬੰਦਾ ਨੌਕਰੀ ਕਿਵੇਂ ਲੈ ਲਏਗਾ। ਨਿਕਲਾ ਜੀ, ਤੁਸੀਂ ਇੱਕ ਬਹੁਤ ਵੱਡੇ ਪੱਧਰ 'ਤੇ ਨਸ਼ਾ ਰੋਕੂ ਦੇ ਮੁਹਿੰਮ ਚਲਾ ਰਹੇ ਹੋ, ਤੇ ਕੀ ਤੁਹਾਨੂੰ ਡਰ ਨਹੀਂ ਲੱਗਦਾ ਕਿ ਤੁਹਾਨੂੰ ਨਸ਼ਾ ਤਸਕਰ ਤੁਹਾਨੂੰ ਡਰ ਲੱਗਦਾ ਹੀ? ਬਹੁਤ ਵਾਰ ਥ੍ਰੈਟ ਆਈ ਹੈ, ਬਹੁਤ ਵਾਰ ਥ੍ਰੈਟ ਆਈ ਹੈ, ਆਮ ਹੈ। ਦੇਖੋ, ਅਸੀਂ ਆਮ ਹੀ ਮਾਫੀਆ ਦੇ ਖਿਲਾਫ ਸ਼ਰੇਆਮ ਬੋਲਦੇ ਹਾਂ। ਬਿਲਕੁਲ ਜੀ। ਤਾਂ ਹੁਣ ਵੀ ਪਿੱਛੇ ਥ੍ਰੈਟਸ ਆਈਆਂ, ਮਾੜੇ ਮੋਟੇ ਟੈਲੀਫੋਨ ਰੋਜ਼ ਆਈ ਜਾਂਦੇ ਆ, ਕਦੇ ਕਿਤੋਂ ਇਹ ਕਰ ਦਾਂਗੇ, ਉਹ ਕਰ ਦਾਂਗੇ। ਅਸੀਂ ਕਿਹਾ ਹੁਣ ਜਦੋਂ ਅਸੀਂ ਕਿਸੇ ਕੰਮ 'ਚ ਪਏ ਹਾਂ, ਬਿਲਕੁਲ ਅੱਜ ਤਾਂ ਉਦੋਂ ਨਹੀਂ ਡਰੇ ਜਦੋਂ SP ਸਲਵਿੰਦਰ ਦਾ ਮਾਮਲਾ ਸੀ। ਓਪਨਲੀ ਪੰਜਾਬ ਦੇ ਵਿੱਚੋਂ ਪਹਿਲੀ ਸਾਡੀ ਸੰਸਥਾ ਸੀ ਜਿਹਨੇ ਮੁੱਦਾ ਚੱਕਿਆ। ਔਨ ਦਾ ਰਿਕਾਰਡ ਹੈ ਕਿ ਜਦੋਂ ਤੱਕ SP ਸਲਵਿੰਦਰ ਸਿੰਘ ਨੂੰ ਡਿਸਮਿਸ ਕਰਕੇ ਉਹਦੇ ਰਾਈਟਸ ਜਿਹੜੇ ਹੈ, ਫੈਸਿਲਿਟੀਆਂ ਦੇਣ ਵਾਲੇ ਆਫਟਰ ਰਿਟਾਇਰਮੈਂਟ ਹੁੰਦੇ ਆ, ਨਹੀਂ ਕੈਂਸਲ ਕੀਤੇ ਜਾਂਦੇ, ਉਦੋਂ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਅਸੀਂ ਪ੍ਰੋਟੈਸਟ ਕਰਾਂਗੇ, ਭਾਵੇਂ ਸਾਨੂੰ ਜੰਤਰ ਮੰਤਰ ਤੇ ਪ੍ਰਾਈਮ ਮਿਨਿਸਟਰ ਹਾਊਸ ਦੇ ਅੱਗੇ ਕਰਨਾ ਪਏ।
ਤਾਂ ਉਹ ਡਿਸਮਿਸ ਕੀਤਾ, ਕੈਪਟਨ ਸਾਹਿਬ ਨੇ ਡਿਸਮਿਸ ਕੀਤਾ। ਨਿਕੜਾ ਜੀ ਇੱਕ ਹੋਰ ਸਾਡਾ ਸਵਾਲ ਹੈ ਕਿ ਜਦ ਸਰਕਾਰ ਬਣੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਸੀ, ਹਾਂਜੀ ਹਾਂਜੀ, ਕੀ ਉਹ ਸਾਰੇ ਵਾਅਦੇ ਪੂਰੇ ਹੋ ਚੁੱਕੇ ਨੇ ਪੰਜਾਬ? ਦੇਖੋ ਕਾਫੀ ਹੱਦ ਤੱਕ ਵਾਅਦੇ ਪੂਰੇ ਹੋਏ। ਹਾਂਜੀ, ਤੁਸੀਂ ਕੋ ਸੜਕਾਂ ਦਾ ਜਾਲ ਵਿਛ ਗਿਆ, ਪੈਨਸ਼ਨ ਡਬਲ ਹੋ ਗਈ ਸੀ, ਪੈਨਸ਼ਨ ਡਬਲ ਹੋ ਗਈ, ਸਗਨ ਸਕੀਮ ਡਬਲ ਹੋ ਗਈ, ਨੌਕਰੀਆਂ ਜਿੰਨੀਆਂ ਕਿ ਸਰਕਾਰ ਦੀ ਵਿੱਚ ਦਾਇਰੇ 'ਚ ਸੀਗੀਆਂ ਉਹ ਦੇ ਦਿੱਤੀਆਂ ਗਈਆਂ, ਤੇ ਹੋਰ ਕੁਝ ਹੁਣ ਹੋਰ ਦੇ ਦੇਣੇ। ਬਿਲਕੁਲ, ਹੁਣ ਤਿਆਰੀ ਹੈ 2-3 ਲੱਖ ਨੌਕਰੀ ਦੀ। ਉਸ ਤੋਂ ਬਾਅਦ ਆਮ ਡਿਵੈਲਪਮੈਂਟ ਹੈ ਜਿਹੜੀ, ਤੁਸੀਂ ਪਟਿਆਲੇ ਤੋਂ ਲਾ ਲਓ, ਤੁਹਾਨੂੰ ਪਟਿਆਲੇ ਦੇ ਵਿੱਚ ਕੋਈ ਗਲੀ ਮੁਹੱਲਾ ਐਸਾ ਨਹੀਂ ਮਿਲੇਗਾ ਜਿੱਥੇ ਕੰਮ ਨਹੀਂ ਚੱਲ ਰਿਹਾ ਅੱਜ ਵੀ। ਤੁਸੀਂ ਪਟਿਆਲੇ ਡਿਵੈਲਪਮੈਂਟ ਦੀ ਗੱਲ ਕੀਤੀ ਹੈ ਕਿ ਤੁਹਾਡੇ ਸਰਕਾਰ ਦੇ ਕੌਂਸਲਰ ਕਿਸ਼ਨ ਚੰਦ ਬੁੱਧੂ ਵੱਲੋਂ ਮੇਅਰ ਦੇ ਖਿਲਾਫ ਭ੍ਰਿਸ਼ਟਾਚਾਰ ਹੋਣ ਦੇ ਵਾਅਦੇ ਕੀਤੇ ਗਏ ਨੇ। ਅਸੀਂ ਕਹਿੰਦੇ ਹਾਂ ਜੀ ਜਿਹੜਾ ਮਰਜ਼ੀ ਇਲਜ਼ਾਮ ਲਾ ਸਕਦਾ, ਹਰ ਲੋਕਤੰਤਰ ਹੈ, ਹਰ ਬੰਦੇ ਨੂੰ ਰਾਈਟ ਹੈ ਆਪਣੀ ਗੱਲ ਕਹਿਣ ਦਾ, ਪਰ ਜਦੋਂ ਆਪਾਂ ਕਿਸੇ ਦੇ ਇਲਜ਼ਾਮ ਲਾਉਂਦੇ ਹਾਂ ਤਾਂ ਇਲਜ਼ਾਮ ਲਾਉਣ ਤੋਂ ਪਹਿਲਾਂ ਤੁਸੀਂ ਸਬੂਤ ਲੈ ਕੇ, ਅੱਜ ਕੱਲ੍ਹ ਸਾਰਾ ਮੀਡੀਆ ਜੋ ਕਿ ਚੌਥਾ ਸਤੰਭ ਹੈ, ਉਹ ਤਾਂ ਕਹਿੰਦਾ ਮੇਰੇ ਕੋਲ ਸਬੂਤ ਹੈਗੇ ਨੇ, ਪਰ ਸਰਕਾਰ ਕੋਈ ਐਕਸ਼ਨ ਨਹੀਂ ਕਰਦੀ। ਨੋ ਮਹਾਰਾਣੀ ਸਾਹਿਬ ਨੂੰ ਕਿ ਕੈਪਟਨ ਸਾਹਿਬ ਨੂੰ ਕਈ ਵਾਰ ਇਹਦੇ ਬਾਰੇ ਦੱਸ ਚੁੱਕੇ। ਨਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਸਬੂਤ ਲੈ ਕੇ ਮੀਡੀਆ ਸਾਹਮਣੇ ਬੈਠ ਜੇ, ਦੱਸੇ, ਆਮ ਲੋਕਾਂ ਦੀ ਗੁਜ਼ਾਰਿਸ਼ ਦੱਸੇ, ਤਾਂ ਸਰਕਾਰ ਕਾਰਵਾਈ ਕਰੇਗੀ। ਐਵੇਂ ਆਪਾਂ ਕਿਸੇ ਤੇ ਇਦਾਂ ਹੀ ਇਲਜ਼ਾਮ ਨਹੀਂ ਨਾ ਲਗਾ ਸਕਦੇ। ਇਦਾਂ ਕਿਵੇਂ ਇਲਜ਼ਾਮ ਲਗਾ ਦਾਂਗੇ? ਇਦਾਂ ਦਾ ਇਲਜ਼ਾਮ ਕੋਈ ਡਰੱਗ ਦਾ ਕਿਸੇ ਤੇ ਲਾਤਾ, ਉਹ ਜਦੋਂ ਤੱਕ ਗੱਲ ਆ ਗਈ ਨਾ, ਜਦੋਂ ਕੇਜਰੀਵਾਲ ਨੇ ਇਲਜ਼ਾਮ ਲਾਏ, ਕੇਜਰੀਵਾਲ ਪਿੱਛੇ ਕਿਉਂ ਹਟ ਗਿਆ? ਇਲਜ਼ਾਮ ਜਿਸ ਤੇ ਮਰਜ਼ੀ ਲਾਓ, ਪਰ ਪਹਿਲੇ ਸਬੂਤ ਹੱਥ 'ਚ ਲੈ ਕੇ ਲਾਓ, ਵਿਦ ਸਬੂਤ ਤੁਸੀਂ ਡਿਸਪਲੇ ਕਰੋ, ਤਾਂ ਜਿਹੜਾ ਕੋਈ ਕਰਪਟ ਹੈ ਉਸ ਤੇ ਕਾਰਵਾਈ ਹੋਊਗੀ 100%। ਨਵਜੋਤ ਸਿੰਘ ਸਿੱਧੂ ਜੀ ਮਜੀਠੀਆ ਦੇ ਖਿਲਾਫ ਨਾਮ ਉਜਾਗਰ ਕਰ ਰਹੇ ਨੇ, ਉਹਨਾਂ ਕੋਲ ਸਬੂਤ ਹੈਗੇ ਨੇ? ਪਤਾ ਨਹੀਂ ਹੋਣਗੇ ਉਹਨਾਂ ਕੋਲ, ਫਿਰ ਜੇ ਉਹ ਕਹਿ ਰਹੇ ਉਹਨਾਂ ਕੋਲ ਹੋਣਗੇ। ਅਸੀਂ ਤਾਂ ਸਾਡੀ ਸਰਕਾਰ ਜਿੱਦਣ ਦੀ ਬਣੀ ਹੈ, ਨਹੀਂ ਜੇ ਮੇਰੀ ਬੇਨਤੀ ਸੁਣੋ, ਸਾਡੀ ਸਰਕਾਰ 4.5 ਸਾਲ ਹੋ ਗਏ ਬਣੀ ਹੈ। ਬਿਲਕੁਲ, ਕੈਪਟਨ ਸਾਹਿਬ ਨੇ ਜੋ ਮੁੱਦਾ ਚੱਕਿਆ ਸੀ, ਕੈਪਟਨ ਸਾਹਿਬ ਨੇ ਆਪਣੀ ਪੂਰੀ ਜ਼ਿੰਮੇਵਾਰੀ ਲਾ ਕੇ STF ਦੀ ਟੀਮ ਬਣਾ ਕੇ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਰਿਪੋਰਟ ਇਕੱਠੀ ਹੋ ਗਈ, ਰਿਪੋਰਟ ਬਿਲਟ ਅਪ ਹੋ ਕੇ ਹਾਈ ਕੋਰਟ ਦੇਤੀ, ਬਹੁਤ ਕੌਨਫੀਡੈਂਸ਼ੀਅਲ ਰਿਪੋਰਟ ਹੈ। ਉਹਦੇ 'ਚ ਭਾਵੇਂ ਕੋਈ ਵੀ ਹੋਏ, ਭਾਵੇਂ ਕੋਈ ਪੋਲੀਟੀਕਲ ਬੰਦਾ ਹੋਏ, ਭਾਵੇਂ ਕੋਈ ਪੁਲਿਸ ਅਫਸਰ ਹੋਏ, ਭਾਵੇਂ ਕੋਈ ਆਮ ਰਾਜਨੇਤਾ ਹੋਏ, ਕਿਸੇ ਵੀ ਪਾਰਟੀ ਦਾ, ਭਾਵੇਂ ਉਹੀ ਕਾਂਗਰਸ ਦੀ ਪਾਰਟੀ ਦਾ ਹੀ ਕੋਈ ਨੁਮਾਇੰਦਾ ਹੋਏ, ਜੋ ਰਿਪੋਰਟ ਦੇ ਵਿੱਚ ਬੋਲੇਗੀ ਉਹ ਅਰੈਸਟ ਹੋਏਗਾ। ਉਹਦੇ ਚ ਜੋ ਹੋਏਗਾ ਉਸ ਤੇ FIR ਹੋ ਜਾਏਗੀ। ਨਹੀਂ, ਰਿਪੋਰਟ ਦੀ ਗੱਲ ਕਰਦੇ ਆ, ਪਿੱਛੇ ਪੰਜਾਬ ਸਭ ਤੋਂ ਵੱਡਾ ਮੁੱਦਾ ਹੁੰਦਾ ਸੀ ਬੇਅਦਬੀ ਮਾਮਲੇ ਦਾ, ਉਹਦੀ ਰਿਪੋਰਟ ਵੀ ਚਲੀ ਜਾ ਚੁੱਕੀ ਹੈ। ਆ ਦੇਖੋ, ਸਾਡੀ ਪਾਰਟੀ ਨੇ ਪਤਾ ਨਹੀਂ ਜੀ ਕਿਉਂ, ਕਿਉਂਕਿ ਹਾਈ ਕੋਰਟ ਦਾ ਆਪਣਾ ਇੱਕ ਨਜ਼ਰੀਆ ਹੈ। ਬਿਲਕੁਲ, ਉਹ ਸਾਡੀ ਪਾਰਟੀ ਨੇ ਜਦੋਂ ਹਾਈ ਕੋਰਟ ਨੇ ਉਹਨੂੰ ਰਿਜੈਕਟ ਕਰਤੀ ਰਿਪੋਰਟ, ਸਾਡੀ ਪਾਰਟੀ ਨੇ ਸੁਪਰੀਮ ਕੋਰਟ ਅਪੀਲ ਪਾਤੀ, ਆ 4-6-10 ਦਿਨਾਂ ਦੇ ਵਿੱਚ ਹੀ ਕਲੀਅਰ ਹੋ ਜਾਣਾ ਨਿਕਲਿਆ ਜੀ। ਪਰ ਕਿਤੇ ਨਾ ਕਿਤੇ ਇਹਦੇ ਨਾਲ ਕਿ ਪਾਰਟੀ ਵੱਲੋਂ ਲੋਕਾਂ ਵੱਲੋਂ ਵੀ ਇਲਜ਼ਾਮ ਰਹਿੰਦੇ ਆ ਕਿ ਪਾਰਟੀਆਂ ਇੱਕ ਦੂਜੇ ਨਾਲ ਮਿਲੀਆਂ ਹੋਈਆਂ ਨੇ। ਨਹੀਂ ਜੀ, ਇਹ ਇੱਕ ਦੂਜੇ ਨੂੰ ਨਹੀਂ ਉਹ ਸਜ਼ਾ ਦੇ। ਤੁਸੀਂ ਇੱਕ ਗੱਲ ਦੱਸੋ, ਕੀ ਕੈਪਟਨ ਸਾਹਿਬ ਇਹ ਨਹੀਂ ਚਾਹਣਗੇ ਕਿ ਅਸੀਂ ਸਰਕਾਰ ਦੁਬਾਰਾ ਬਣਾਉਣੀ ਹੈ? ਜੋ ਅਸੀਂ ਵਾਅਦੇ ਕੀਤੇ ਹੈ ਉਹ ਲੋਕਾਂ ਦੇ ਸਾਹਮਣੇ ਲਿਆਣੇ ਹੈ। ਲੋਕਾਂ ਨੇ 4 ਮਹੀਨੇ ਬਾਅਦ ਸਾਨੂੰ ਪੁੱਛਣਾ ਹੀ ਹੈ। ਬਿਲਕੁਲ, ਤੇ ਆ ਤੁਸੀਂ ਦੇਖੋ 2 ਮਹੀਨੇ ਦੇ ਵਿੱਚ ਸਾਰਾ ਕੁਝ ਜਿੰਨੇ ਵਾਅਦੇ ਕੀਤੇ ਇੱਕ ਵਾਅਦਾ ਪੂਰਾ ਹੁੰਦਾ ਮਿਲੇਗਾ। ਬੇਦਬੀ ਕਾਂਡ ਦਾ ਵੀ ਫੈਸਲਾ ਹੁਣੇ ਹੀ ਹੋਊਗਾ, ਡਰੱਗ ਮਾਫੀਆ ਦੀ ਰਿਪੋਰਟ ਦਾ ਫੈਸਲਾ ਵੀ ਹੁਣੇ ਹੋਊਗਾ, ਪੰਜਾਬ ਦੀ ਡਿਵੈਲਪਮੈਂਟ ਦਾ ਫੈਸਲਾ ਵੀ ਹੁਣੇ ਹੋਊਗਾ। ਜੇ ਅਸੀਂ ਕੁਝ ਕਰਾਂਗੇ ਕੰਪਲੀਟ ਕੰਮ ਜੋ ਅਸੀਂ ਚੋਣ ਮੈਨੀਫੈਸਟੋ ਵਾਅਦੇ ਕੀਤੇ हैं और ਰਿਪੋਰਟ ਕਾਰਡ ਲੈ ਕੇ ਅਸੀਂ ਲੋਕਾਂ ਕੋਲ ਜਾਵਾਂਗੇ। ਕਾਂਗਰਸ ਪਾਰਟੀ ਨੇ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ 'ਚ ਜਾਣਾ ਹੈ ਕਿ ਆਹ ਵਾਅਦੇ ਕੀਤੇ ਸੀ ਅਸੀਂ, ਇਹਨਾਂ 'ਚੋਂ ਆਹ ਪੂਰੇ ਕਰਤੇ, ਇੱਕ ਅੱਧਾ ਕੋਈ ਰਹਿ ਗਿਆ, ਇਹ ਅਸੀਂ ਦੁਬਾਰਾ ਸਰਕਾਰ ਬਣਨ 'ਤੇ ਪੂਰਾ ਕਰਾਂਗੇ। ਮੇਨ ਵਾਅਦੇ ਸਾਰੇ ਪੂਰੇ ਹੋਣਗੇ, 100% ਹੋਣਗੇ। ਕਿਹੜੀ ਪਾਰਟੀ ਹੈ ਜਿਹੜੀ ਕਹਿੰਦੇ ਕਿ ਸਾਡੀ ਸਰਕਾਰ ਰਿਪੀਟ ਨਾ ਹੋਏ? ਰਿਪੀਟ ਤਾਂ ਹੀ ਹੋਏਗੀ ਜਦੋਂ ਅਸੀਂ ਲੋਕਾਂ ਦੇ ਵਾਅਦੇ ਪੂਰੇ ਕਰਾਂਗੇ। ਜੋ ਚੋਣ ਮੈਨੀਫੈਸਟੋ ਦੇ ਵੀ ਵਾਅਦੇ ਹੈ ਇੱਕ ਪੂਰਾ ਹੋਏਗਾ। ਦੇਖੋ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਰਹਿ ਵੀ ਜਾਂਦੀ ਹੈ, ਇਹ ਕੋਈ ਗੱਲ ਨਹੀਂ ਹੈ। ਸਰਕਾਰਾਂ ਨੇ, ਕਿਉਂਕਿ ਅਗਰ ਸਟੇਬਲ ਸਰਕਾਰ ਪਹਿਲੇ ਹੀ ਚੱਲੀ ਹੋਏ, ਉਸ ਤੋਂ ਬਾਅਦ ਦੂਜੀ ਸਰਕਾਰ ਬਣ ਗਈ ਤਾਂ ਨੇਚਰਲੀ ਹੈ ਡਿਵੈਲਪਮੈਂਟ ਸਾਰੀ ਛੇਤੀ ਹੋਏਗੀ, ਵਾਅਦੇ ਛੇਤੀ ਹੋਏ। ਜਦੋਂ ਪਹਿਲਾਂ ਕੋਈ ਬੇੜਾ ਕਰਕੇ ਚਲਾ ਜੇ, ਦੇਖੋ ਆ ਕੇ ਜੇ ਤਾਂ ਲੀਪਾ ਛੋਪੀ ਕਰਨੀ ਹੈ, ਕਿਸੇ ਨੇ ਮਕਾਨ ਦੇਤਾ ਪੁਰਾਣਾ, ਚਲੋ ਵੀ ਰਿਪੇਅਰ ਹੋਣੀ ਹੈ, ਮਾੜੀ ਮੋਟੀ ਪੇਂਟ ਕਰਕੇ ਅੰਦਰ ਬਹਿ ਗਏ, ਉਹ ਤਾਂ ਗੱਲ ਵੱਖਰੀ ਹੈ। ਜੇ ਮਕਾਨ ਦਾ ਸਟਰਕਚਰ ਹੀ ਢਾਹ ਗਏ ਤਾਂ ਪਹਿਲਾਂ ਸਟਰਕਚਰ ਬਣਿਆ, ਫਿਰ ਲੀਪਾ ਛੋਪੀ ਹੋਣੀ, ਫਿਰ ਕੰਮ ਸ਼ੁਰੂ ਹੋਣਾ, ਤਾਂ ਹੀ ਤੁਸੀਂ ਅੰਦਰ ਬੈਠੋਗੇ ਨਾ। ਨਹੀਂ ਸਰ, ਪਿਛਲੇ 4 ਸਾਲਾਂ ਤੋਂ ਸਟਰਕਚਰ ਬਣਾ ਨਹੀਂ ਸਕੇ। ਬਣ ਗਿਆ ਜੀ, ਪੂਰਾ ਬਣ ਗਿਆ, ਹੁਣ ਤਾਂ ਰਿਜ਼ਲਟ ਦੇ ਰਹੇ ਹਾਂ ਅਸੀਂ। ਦੇਖੋ ਕੰਮ ਕਰਦੇ ਟਾਈਮ ਲੱਗਦਾ ਹੈ, 2 ਮਹੀਨੇ ਦੇ ਵਿੱਚ ਤਕਰੀਬਨ ਸਾਰੇ ਵਾਅਦੇ ਪੂਰੇ ਹੋਏ ਨੇ ਕੰਪਲੀਟ। ਹਾਈ ਕੋਰਟ ਵਾਲਾ ਡਰੱਗ ਮਾਫੀਆ ਦੀ ਰਿਪੋਰਟ ਵਾਲਾ ਵੀ, ਜਿਹੜਾ ਬੇਦਬੀ ਕਾਂਡ ਹੈ ਉਹਦੀ ਵੀ ਤਿਆਰੀ ਹੈ। ਵਿਦਿਨ 2 or 3 ਮੰਥ, ਆਈ ਥਿੰਕ ਅਗਸਤ ਸਤੰਬਰ ਤੱਕ ਸਾਰੇ ਵਾਅਦੇ ਪੂਰੇ ਹੋਏ ਨੇ ਸਾਰੇ। ਤੁਸੀਂ ਦੇਖੋਗੇ ਕੈਪਟਨ ਸਾਹਿਬ
दोबारा पंजाब 'ਚ सरकार बनाएंगे, कैप्टन साहब की अगवाई दोबारा सरकार बनेगी। ਹਾਂਜੀ, ਪੰਜਾਬ 'ਚ ਨਸ਼ਿਆਂ ਦੇ ਮੁੱਦੇ ਤੇ ਅੱਜ ਬਹੁਤ ਵੱਡੀਆਂ ਗੱਲਾਂ ਹੋਈਆਂ ਤੇ ਉਹਨਾਂ ਦੇ ਜਵਾਬਾਂ ਵੀ ਮਿਲੇ ਤੇ ਰਣਜੀਤ ਸਿੰਘ ਨਿਕੜਾ ਜੀ ਨੇ ਉਹਨਾਂ ਦੇ ਜਵਾਬ ਵੀ ਦਿੱਤੇ ਤੇ ਹੁਣ ਦਿਓ ਸਾਨੂੰ ਇਜਾਜ਼ਤ, ਅਗਲੀ ਵਾਰ ਫਿਰ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਡੇਲੀ ਈ-ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ।